जाग और न याहे महातम में अवतार उजागर आन कियो। तिनके दुख कोटक दूर गए, मथुरा जिन अमृत नाम पियो। ए पदत ते मत चू कह रे मन, भेद विभेद न जान बियो। परताश हृदय गुरु अर्जन कै, हर पूरन ब्रह्म निवास लियो। जब लो नहीं पाग लीलार उदय, तब लो भ्रमते फिरते बहुतायो। कल घोर समुंदर में बूढ़त थे, कभू मिट है नहीं रे पछतायो। तत विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ ना आयो। जप्यो जिन अर्जन देव गुरु, फिर संकट जोन गर्भ ना आयो। तू सुल्तान कहाँ हूँ मियाँ, तेरी कवन वडाई। जो तू देहे सो कहा सुवामी, मैं मूर्ख कहन ना जाई। जुगो जुगा टाल शब्द गुरु ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਵਿਰਾਜਮਾਨ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ, ਬੜੇ ਪਿਆਰ ਦੇ ਨਾਲ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹਾਦਤ ਵਾਲਾ ਦਿਨ ਆਪਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ। ਗੁਰੂ ਕਿਰਪਾ ਦਾ ਸਦਕਾ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਜੋਧਵੀਰ ਸਿੰਘ ਜੀ, ਉਹਨਾਂ ਪਾਸੋਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਸ਼ਰਵਣ ਕੀਤੇ ਹਨ। ਸਤਿਗੁਰੂ ਦਾ ਤਾਰ ਪਿਤਾ ਦੇ ਜੀਵਨ ਸੰਬੰਧ ਵਿੱਚ ਕੁਝ ਕੁ ਸਮਾਂ ਇਤਿਹਾਸ ਦੀਆਂ ਵਿਚਾਰਾਂ ਕਰਨ ਦਾ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜੀਵਨ ਸੰਬੰਧੀ ਇਤਿਹਾਸ ਦੀਆਂ ਵਿਚਾਰਾਂ ਆਰੰਭ ਕਰੀਏ। ਆਰੰਭਤਾ ਕਰਨ ਤੋਂ ਪਹਿਲਾਂ ਦੀਨ ਦੁਨੀਆ ਦੇ ਮਾਲਕ, ਸਰਬ ਕਲਾ ਸਮਰੱਥ, ਹਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਅਰਦਾਸ ਕਰੀਏ। ਸਤਿਗੁਰੂ ਆਪਣਾ ਮਿਹਰ ਦਾ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਵਿਚਾਰਾਂ ਆਪ ਹੀ ਕਰਾ ਲੈਣ। ਸਮੂਹ ਸਾਧ ਸੰਗਤ ਗੁਰੂ ਚਰਨਾਂ ਵਿੱਚ ਕਰੋ ਅਰਦਾਸ,
ਆਰੰਭਤਾ ਕਰਨ ਤੋਂ ਪਹਿਲਾਂ ਰਸਨਾ ਨੂੰ ਕਰੋ ਪਵਿੱਤਰ। ਕੋਈ ਰਸਨਾ ਵਾਂਝੀ ਨਾ ਰਹੇ। ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਤਿਗੁਰੂ ਦੀ ਪਾਵਨ ਬਾਣੀ ਨੇ ਬਚਨ ਕੀਤੇ ਨੇ। ਮਾਲਕ ਕਹਿੰਦੇ ਨੇ ਸਾਵਣ ਦੀ ਰੁੱਤ ਆ ਗਈ। ਪਰਮਾਤਮਾ ਨੇ ਐਸੀ ਮਿਹਰ ਕੀਤੀ, ਹਰ ਥਾਵੇਂ ਮੀਂਹ ਵਰਨਾ ਸ਼ੁਰੂ ਹੋ ਗਿਆ। ਪਰ ਕੁਝ ਥਾਂ ਐਸੇ ਦੇਖੇ ਜਿੱਥੇ ਮੀਂਹ ਦਾ ਪਿਆ ਤੇ ਜ਼ਰੂਰ, ਪਾਣੀ ਤੇ ਉਹਨਾਂ ਉੱਤੇ ਡਿੱਗਿਆ, ਪਰ ਉਹਨਾਂ ਨੇ ਪਾਣੀ ਦੇ ਪ੍ਰਭਾਵ ਨੂੰ, ਮੀਂਹ ਦੇ ਪ੍ਰਭਾਵ ਨੂੰ ਕਬੂਲ ਨਹੀਂ ਕੀਤਾ। ਪਹਾੜੀ ਇਲਾਕਿਆਂ ਦੇ ਉੱਤੇ ਮੀਂਹ ਤੇ ਉੱਥੇ ਵੀ ਪੈਂਦਾ ਹੈ। ਸਾਵਣ ਦੀ ਰੁੱਤ ਵਿੱਚ ਦਿਨ ਰਾਤ ਹੀ ਪੈਂਦਾ ਰਹਿੰਦਾ ਹੈ, ਪਰ ਉਹ ਮੀਂਹ ਦੇ ਪ੍ਰਭਾਵ ਨੂੰ ਕਬੂਲਦੇ ਨਹੀਂ, ਕਿਉਂਕਿ ਪਾਣੀ ਥੱਲੇ ਨੂੰ ਨਿਵਾਣ ਵਾਲੇ ਪਾਸੇ ਨੂੰ ਆਈ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਸ ਹਿਰਦੇ ਵਿੱਚ ਹੰਕਾਰ ਹੋਵੇ, ਜਿਸ ਹਿਰਦੇ ਵਿੱਚ ਗਰਵ ਹੋਵੇ, ਉਹ ਹਿਰਦਾ ਵੀ ਗੁਰੂ ਦੇ ਅੱਤ ਦੇ ਕੋਲ ਰਹਿ ਕੇ ਵੀ ਗੁਰੂ ਦਾ ਪ੍ਰਭਾਵ ਨਹੀਂ ਕਬੂਲਦਾ। ਸਤਿਗੁਰੂ ਦੀ ਪਾਵਨ ਬਾਣੀ ਦੇ ਬਚਨ ਬਾਬਾ ਫਰੀਦ ਸਾਹਿਬ ਜੀ ਦੀ ਰਸਨਾ ਤੋਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚਲੇ ਧਨੀ ਸਿਉ, ਟਿੱਬੇ ਜਿਉ ਮੀਹਾ। ਕਈਆਂ ਨੂੰ ਧਨ ਦਾ ਹੰਕਾਰ ਏ, ਕਈਆਂ ਨੂੰ ਰੂਪ ਦਾ ਹੰਕਾਰ ਏ, ਕਈਆਂ ਨੂੰ ਧਰਮੀ ਹੋਣ ਦਾ ਹੀ ਹੰਕਾਰ ਹੋ ਜਾਂਦਾ ਹੈ। ਹੋ ਸਕਦਾ ਹੈ ਵੀ ਕਿਸੇ ਦਿਨ ਧਨ ਦਾ ਹੰਕਾਰ ਤੇ ਬੰਦੇ ਦਾ ਟੁੱਟ ਜਾਵੇ। ਅੱਜ ਕਰੋੜਾਂ ਪਤੀ ਏ, ਮਾਲਕ ਦੀ ਕਰਨੀ ਦਾ ਕੋਈ ਪਤਾ ਨਹੀਂ, ਕੱਲ ਨੂੰ ਕੰਗਾਲ ਵੀ ਹੋ ਸਕਦਾ ਹੈ। ਉਹਦਾ ਧਨ ਉਹਦੇ ਕੋਲ ਖੋਹ ਲਵੋ, ਹੰਕਾਰ ਟੁੱਟ ਜਾਂਦਾ ਹੈ। ਰੂਪ ਦਾ ਹੰਕਾਰ ਵੀ ਇੱਕ ਦਿਨ ਮਾਲਕ ਦੀ ਕਿਰਪਾ ਦਾ ਸਦਕਾ ਜਰ ਆਈ ਜੋ ਬਨਹਾਰਿਆ, ਬੁਢੇਪੇ ਨੇ ਆ ਜਾਣਾ ਹੈ। ਰੂਪ ਦਾ ਹੰਕਾਰ ਵੀ ਨਾਸੀ ਜਾਣਾ ਹੈ। ਕੁਰਸੀ ਕਿਸੇ ਕੋਲ ਅੱਜ ਹੈ, ਉਹਦੇ ਕੋਲ ਉਹਦੀ ਕੁਰਸੀ ਖੋਹ ਲਵੋ, ਉਹਦਾ ਹੰਕਾਰ ਵੀ ਟੁੱਟ ਜਾਂਦਾ ਹੈ। ਪਰ ਕਿਸੇ ਨੂੰ ਇਹ ਭੁਲੇਖਾ ਹੋ ਜਾਵੇ ਨਾ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ, ਮੈਂ ਗੁਰੂ ਦੇ ਅੱਤ ਦੇ ਨਜ਼ਦੀਕ ਰਹਿਣਾ ਵਾ, ਮੇਰੇ ਵਰਗਾ ਸੇਵਾ ਕਰਨ ਵਾਲਾ ਕੋਈ ਨਹੀਂ, ਮੈਂ ਗੁਰੂ ਦਾ ਹੀ ਪੁੱਤਰ ਹਾਂ ਬਾਬਾ ਪ੍ਰਿਥੀ ਚੰਦ ਦੀ ਤਰ੍ਹਾਂ। ਅਸੀਂ ਵੀ ਅੱਜ ਇਹ ਦਾਅਵਾ ਕਰਦੇ ਹਾਂ ਨਾ, ਅਸੀਂ ਗੁਰੂ ਦੇ ਪੁੱਤਰ ਹਾਂ, ਸਿੱਖ ਹਾਂ, ਤੇ ਇਹ ਦਾਅਵਾ ਬਾਬਾ ਪ੍ਰਿਥੀ ਚੰਦ ਨੇ ਵੀ ਕੀਤਾ ਵੀ ਮੈਂ ਗੁਰੂ ਦੇ ਅੱਤ ਦੇ ਨਜ਼ਦੀਕ ਰਹਿੰਦਾ ਵਾਂ, ਮੇਰੇ ਵਰਗਾ ਸੇਵਾ ਕਰਨ ਵਾਲਾ ਕੋਈ ਨਹੀਂ। ਇੱਕ ਐਸਾ ਹੰਕਾਰ ਏ ਜਿੰਦੇ ਕਦਮ ਬੜੇ ਮਜ਼ਬੂਤ ਨੇ। ਗੁਰੂ ਦੇ ਕੋਲ ਰਹਿ ਕੇ ਵੀ ਗੁਰੂ ਦੀ ਰਹਿਮਤ ਨੂੰ ਮਾਣਦਾ ਨਹੀਂ। ਇਸੇ ਕਰਕੇ ਸਤਿਗੁਰੂ ਨੇ ਬੜਾ ਸੁਚੇਤ ਕੀਤਾ ਹੈ, ਕਿਉਂਕਿ ਧਨ ਖੋਇਆ ਜਾ ਸਕਦਾ ਹੈ, ਅਮੀਰ ਬੰਦੇ ਦਾ ਹੰਕਾਰ ਟੁੱਟ ਜਾਂਦਾ ਹੈ। ਇੱਕ ਦਿਨ ਬੁਢਾਪਾ ਆ ਜਾਵੇ, ਜੋਬਨ ਹਾਰ ਜਾਂਦਾ ਹੈ, ਕੁਰਸੀ ਖੁੱਝ ਜਾਵੇ, ਹੰਕਾਰ ਟੁੱਟ ਜਾਂਦਾ ਹੈ। ਪਰ ਕੋਈ ਕਿਸੇ ਦੀ ਨਾ ਸੇਵਾ ਨੂੰ ਖੋ ਸਕਦਾ ਹੈ। ਜਿਵੇਂ ਅੱਜ ਮੰਨ ਲਓ ਜੇ ਕੋਈ 5 ਸਾਲ ਤੋਂ ਗੁਰੂ ਘਰ ਦੇ ਅੰਦਰ ਸੇਵਾ ਕਰ ਰਿਹਾ, ਇਸ ਸੇਵਾ ਦੇ ਹੰਕਾਰ ਨੂੰ ਕੋਈ ਖੋ ਨਹੀਂ ਸਕਦਾ। ਮੇਰੇ ਵਰਗਾ ਨਿਤਨੇਮੀ ਕੋਈ ਨਹੀਂ, ਇਸ ਹੰਕਾਰ ਨੂੰ ਕੋਈ ਨਹੀਂ ਖੋ ਸਕਦਾ। ਕੁਝ ਐਸਾ ਹੀ ਹੰਕਾਰ ਸੀ ਬਾਬਾ ਪ੍ਰਿਥੀ ਚੰਦ ਦੇ ਹਿਰਦੇ ਵਿੱਚ। ਮਾਲਕ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗਈ, ਜੋ ਬਾਸ ਬਜਾਈਏ ਫੂਕ। ਬਸ ਹਾਲਤ ਇਹ ਬਣ ਜਾਂਦੀ ਹੈ, ਜਿੰਨਾ ਮਰਜ਼ੀ ਗਿਆਨ ਦਾ ਉਪਦੇਸ਼ ਦੇਈ ਜੋ, ਗੁਰਮਤ ਸੁਣ ਕਛ ਗਿਆਨ ਨਾ ਉਪਜਿਓ। ਗੁਰਮਤ ਵੀ ਸੁਣੀ ਜਾਂਦੇ ਨੇ, ਰੱਬ ਦੀਆਂ ਗੱਲਾਂ ਵੀ ਸੁਣਦੇ ਨੇ, ਪਰ ਗਿਆਨ ਨਹੀਂ ਆਉਂਦਾ, ਕਿਉਂਕਿ ਅੰਦਰ ਹੰਕਾਰ ਹੈ। ਇੱਕ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰਹਿਮਤਾਂ ਦਾ ਮੀਂਹ ਵਰਸਾ ਰਹੇ ਨੇ, ਜਗਤ ਜਲੰਦੇ ਨੂੰ ਠੰਡਾ ਠਾਰ ਕਰ ਰਹੇ ਨੇ, ਮੇਰਾ ਹੀ ਮੇਰਾ ਕਰ ਰਹੇ ਨੇ। ਉਹ ਭਾਵੇਂ ਕਿਸੇ ਕੋੜੀ ਦੀ ਪੁਕਾਰ ਸੀ, ਸਤਿਗੁਰੂ ਸਾਹਿਬ ਜੀ ਤਰਨ ਤਾਰਨ ਸਾਹਿਬ ਦਾ ਨਿਰਮਾਣ ਕਰਦੇ ਨੇ, ਉੱਤੇ ਕੋੜੀ ਖਾਨਾ ਬਣਾਉਂਦੇ ਨੇ ਤੇ ਉਹਨਾਂ ਦਾ ਇਲਾਜ ਦਾ ਪ੍ਰਬੰਧ ਕਰਦੇ ਨੇ।
ਭਾਵੇਂ ਸਤਿਗੁਰੂ ਦਾਤਾਰ ਪਿਤਾ ਕਿਸੇ ਨੂੰ ਭੁੱਖਾ ਦੇਖਦੇ ਨੇ ਤੇ ਤਰਸ ਖਾ ਲੈਂਦੇ ਨੇ, ਉਹਦੇ ਵਾਸਤੇ ਪ੍ਰਬੰਧ ਕਰਦੇ ਨੇ ਵੀ ਉਹਦੀ ਇਸ ਕੰਗਾਲਤਾ ਨੂੰ ਦੂਰ ਕੀਤਾ ਜਾਵੇ। ਭਾਵੇਂ ਲਾਹੌਰ ਦੇ ਅੰਦਰ ਕਾਲ ਪੈ ਗਿਆ ਹੈ, ਸਤਿਗੁਰੂ ਜੀ ਉਸ ਵਕਤ ਵੀ ਜਿਹੜੇ ਲੋਕ ਅੱਤ ਦੇ ਦੁਖੀ ਨੇ, ਕਿਉਂਕਿ ਹਾਲਾਤ ਐਸੇ ਪੈਦਾ ਹੋ ਗਏ, ਉਸ ਭੁੱਖ ਦੇ ਕਾਰਨ ਬਹੁਤੇ ਲੋਕ ਗਲੀਆਂ ਤੱਕ ਮੁਰਦਿਆਂ ਨਾਲ ਭਰ ਗਈਆਂ। ਪਰ ਮੇਰਾ ਸਤਿਗੁਰੂ ਜੀ ਜਿਹੜਾ ਦੀਨ ਦੁਨੀਆ ਦਾ ਰਾਖਾ, ਦੂਜਿਆਂ ਦੇ ਦਰਦ ਨੂੰ ਦੇਖਣ ਵਾਲਾ, ਕਿਵੇਂ ਸਹਾਰ ਸਕਦਾ? ਮਾਲਕ ਜੀ ਨੇ ਆਪ ਜਾ ਕੇ ਉੱਥੇ ਸੇਵਾ ਕੀਤੀ। ਜਿੰਨੇ ਦਸਵੰਧ ਦੀ ਮਾਇਆ ਆਈ, ਉਸ ਥਾਂ ਦੇ ਉੱਤੇ ਜਾ ਕੇ ਸਤਿਗੁਰੂ ਜੀ ਨੇ ਆਪ ਰਹਿਮਤਾਂ ਵਰਸਾਈਆਂ। ਪਰ ਇੱਕ ਪਾਸੇ ਬਾਬਾ ਪ੍ਰਿਥੀ ਚੰਦ ਇੰਨੀ ਵਿਰੋਧਤਾ ਕਰ ਰਿਹਾ ਘਰ ਦੇ ਅੰਦਰੋਂ, ਜੇ ਸਤਿਗੁਰੂ ਜੀ ਦਾਤਾਰ ਪਿਤਾ ਸ਼ਾਂਤੀ ਦੇ ਅੰਦਰ ਬੈਠੇ ਨੇ, ਬਿਰਾਜਮਾਨ ਨੇ, ਤੇ ਗੁਰੂ ਘਰ ਦੇ ਅੰਦਰ ਮਾਇਆ ਆਣ ਤੇ ਵੀ ਨਾਕਾਬੰਦੀ ਕਰ ਦਿੰਦਾ ਹੈ। ਪਰ ਮਾਲਕ ਦੀ ਉਸ ਸ਼ਾਂਤੀ ਦੇ ਅੰਦਰ ਰਤਾ ਭਰ ਵੀ ਫਰਕ ਨਹੀਂ ਪੈਂਦਾ, ਬਿਲਕੁਲ ਉਸੇ ਤਰੀਕੇ ਨਾਲ ਅਡੋਲ ਬੈਠੇ ਨੇ। ਉਹ ਤੇ ਸਿਆਣੇ ਸਿੱਖਾਂ ਦਾ ਭਲਾ ਹੋਵੇ, ਭਾਈ ਗੁਰਦਾਸ ਜੀ ਵਰਗਿਆਂ ਦਾ, ਬਾਬਾ ਬੁੱਢਾ ਜੀ, ਜਿਨ੍ਹਾਂ ਨੇ ਸਮਝਾ ਦਿੱਤਾ ਬਈ ਸਿੱਖੋ, ਮਾਇਆ ਗੁਰੂ ਘਰ ਦੇ ਅੰਦਰ ਦੇਵੋ, ਨਾ ਕਿ ਬਾਬਾ ਪ੍ਰਿਥੀ ਚੰਦ ਨੂੰ। ਫਿਰ ਇੱਥੇ ਹੀ ਬਸ ਨਹੀਂ ਹੋਈ। ਸਿਆਣੇ ਲੋਕ ਕਹਿੰਦੇ ਨੇ ਬਈ ਅੱਗ ਨੂੰ ਪਾਣੀ ਬੁਝਾਉਂਦਾ ਹੈ, ਪਰ ਇਹ ਪਾਣੀ ਕਿਤੇ ਚੂਨੇ ਉੱਤੇ ਪੈ ਜਾਵੇ, ਅੱਗ ਹੋਰ ਭੜਕ ਜਾਂਦੀ ਹੈ। ਇੱਕ ਪਾਸੇ ਸਿੱਖ ਜਗਤ ਖੁਸ਼ੀਆਂ ਵੰਡ ਰਿਹਾ ਹੈ, ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਮਦ ਹੁੰਦੀ ਹੈ, ਕਿਉਂਕਿ ਸੋਚ ਇਹ ਸੀ ਬਾਬੇ ਪ੍ਰਿਥੀਏ ਦੀ, ਸਾਡੇ ਘਰ ਪੁੱਤਰ ਏ ਮਿਹਰਬਾਨ। ਆਪਸ ਵਿੱਚ ਕਰ ਰਹੀ ਸੀ ਇੱਕ ਦਿਨ ਵਿਚਾਰ, ਕਹਿ ਰਹੇ ਸੀ ਵੀ ਗੁਰੂ ਨਾਨਕ ਦਾ ਦਰ ਤੇ ਸਾਡੇ ਉੱਤੇ ਟੁੱਟਾ ਹੈ, ਸਾਡੇ ਘਰੇ ਪੁੱਤਰ। ਗੁਰੂ ਅਰਜਨ ਨੇ ਤੇ ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰੋਂ ਚਲੇ ਜਾਣਾ ਹੈ। ਇਹਦੇ ਘਰ ਤੇ ਪੁੱਤਰ ਦੀ ਦਾਤ ਨਹੀਂ, ਤੇ ਬੰਦਾ ਜੋੜਦਾ ਕਿਹਦੇ ਵਾਸਤੇ? ਧੀਆਂ ਪੁੱਤਰਾਂ ਵਾਸਤੇ। ਤੇ ਜਿਹਦੇ ਘਰ ਵਿੱਚ ਪੁੱਤਰ ਨਹੀਂ, ਆਖਰੇ ਗੁਰਤਾ ਗੱਦੀ ਤੇ ਸਾਨੂੰ ਹੀ ਮਿਲਣੀ ਹੈ। ਇਸ ਗੁਰਤਾ ਗੱਦੀ ਦੇ ਉੱਤੇ ਹੱਕ ਸਾਡਾ ਹੀ ਹੈ। ਬੀਬੀ ਕਰਮੋ ਦੇ ਉਹਨਾਂ ਬੋਲਾਂ ਦਾ ਜਵਾਬ ਦੇ ਰਹੇ ਸਨ, ਜਿਸ ਵਕਤ ਉਸਨੇ ਕਿਹਾ ਸੀ ਵੀ ਸਾਰਾ ਕੁਝ ਅੱਜ ਸਾਡਾ ਹੋਣਾ ਚਾਹੀਦਾ ਸੀ। ਜਿਹੜਾ ਅੱਜ ਗੁਰੂ ਅਰਜਨ ਸਾਹਿਬ ਜੀ ਜਿਸ ਸਿੰਘਾਸਣ ਉੱਤੇ ਬੈਠੇ ਨੇ, ਜਿਸ ਗੁਰਤਾ ਗੱਦੀ ਉੱਤੇ ਬੈਠੇ ਨੇ, ਜਿੰਨੀਆਂ ਕੀਮਤੀ ਭੇਟਾਵਾਂ ਆ ਰਹੀਆਂ ਨੇ, ਇਹ ਸਭ ਕੁਝ ਦੇ ਉੱਤੇ ਸਾਡਾ ਅਧਿਕਾਰ ਹੋਣਾ ਚਾਹੀਦਾ ਸੀ। ਉਹਦਾ ਜਵਾਬ ਦੇ ਰਹੇ ਸਨ ਵੀ ਸਭ ਕੁਝ ਸਾਡੇ ਘਰ ਦੇ ਅੰਦਰ ਆਣਾ ਹੈ। ਆਖਰ ਗੁਰੂ ਅਰਜਨ ਸਾਹਿਬ ਜੀ ਨੇ ਤੇ ਇਸੇ ਤਰੀਕੇ ਨਾਲ ਚਲਾ ਜਾਣਾ ਹੈ। ਉਹ ਤੇ ਦਾਸੀ ਦਾ ਭਲਾ ਹੋਵੇ, ਜਿਹਦੇ ਕੰਨਾਂ ਵਿੱਚ ਇੱਕ ਬੋਲ ਬੋਲ ਪੈ ਹੈ, ਕਦਮ ਘਰ ਵੱਲ ਨਾ ਤੁਰੇ। ਆਣ ਕੇ ਬੇਨਤੀ ਕੀਤੀ ਮਾਤ ਗੰਗਾ ਦੇ ਚਰਨਾਂ ਵਿੱਚ, ਹੁਣ ਸਵਾਲ ਤੁਹਾਡਾ ਆਮ ਦਾ ਨਹੀਂ, ਅੱਜ ਗੁਰੂ ਨਾਨਕ ਦੇ ਘਰ ਦੇ ਉੱਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਲੋਕ ਗੁਰੂ ਨਾਨਕ ਸਾਹਿਬ ਜੀ ਦੇ ਜਿਸ ਘਰ ਦੀ ਵਡਿਆਈ ਏਡੀ ਹੈ, ਉਸ ਘਰ ਦੇ ਉੱਪਰ ਉਂਗਲਾਂ ਉਠਾਣੀਆਂ ਸ਼ੁਰੂ ਕਰ ਦਿੰਦੇ। ਹੁਣ ਇਹ ਸੰਗਤਾਂ ਵੱਲੋਂ ਬੇਨਤੀ ਹੈ, ਮਾਤਾ ਜੀ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਘਰ ਦੇ ਅੰਦਰ ਮਾਲਕ ਪੁੱਤਰ ਦੀ ਦਾਤ ਦੇਣ। ਯੋਗ ਸਮਾਂ ਜਾਣ ਕੇ ਮਾਤ ਗੰਗਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੋਦੜੀ ਕੀਤੀ, ਅਰਦਾਸ ਕੀਤੀ, ਸਤਿਗੁਰੂ ਜੀਓ, ਅੱਜ ਤੁਹਾਡਾ ਤੇ ਸਾਡਾ ਮਸਲਾ ਨਹੀਂ, ਅੱਜ ਲੋਕ ਉਸ ਗੁਰੂ ਨਾਨਕ ਦੇ ਘਰ ਦੇ ਉੱਤੇ ਉਂਗਲਾਂ ਉਠਾਣੀਆਂ ਸ਼ੁਰੂ ਕਰ ਦਿੱਤੀਆਂ ਨੇ, ਜਿਸ ਘਰ ਬਾਰੇ ਤੁਸੀਂ ਨਿਤਾ ਪ੍ਰਤੀ ਕਹਿੰਦੇ ਹੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਫਿਰ ਉਹਦੇ ਪਾਸ ਜਾਵੋ ਜਿਹਨੂੰ ਗੁਰੂ ਨਾਨਕ ਦਾ ਘਰ ਅਤ ਦਾ ਪਿਆਰਾ ਹੈ। ਖੈਰ ਯੋਗ ਸਮਾਂ ਜਾਣ ਕੇ ਮਾਤ ਗੰਗਾ ਜੀ ਬਾਬਾ ਬੁੱਢਾ ਜੀ ਦੇ ਪਾਸ ਗਏ, ਕੀਤੀ ਅਰਦਾਸ ਬਾਬਾ ਜੀ ਨੇ। ਘਰ ਦੇ ਅੰਦਰ ਖੁਸ਼ੀਆਂ ਦਾ ਮਾਹੌਲ ਬਣ ਗਿਆ। ਕੋਈ ਕਾਬਲ ਤੋਂ ਸੰਗਤਾਂ ਆ ਰਹੀਆਂ ਨੇ, ਕੋਈ ਕਿਹੜੀ ਥਾਂ ਤੋਂ ਸੰਗਤਾਂ ਆ ਰਹੀਆਂ ਨੇ, ਜਿੱਥੇ ਜਿੱਥੇ ਵੀ ਸੰਦੇਸ਼ੇ ਪਹੁੰਚ ਰਹੇ ਨੇ,
ਵੱਖ-ਵੱਖ कीमती अत ਦੀਆਂ कीमती ਭੇਟਾਵਾਂ ਲੈ ਕੇ ਸਿੱਖ ਸੰਗਤਾਂ ਪਹੁੰਚ ਰਹੀਆਂ ਨੇ। ਤੇ ਜਿਹਨੂੰ ਸਭ ਤੋਂ ਪਹਿਲਾ ਸੰਦੇਸ਼ ਦਿੱਤਾ ਗਿਆ ਨਾ ਬਾਬਾ ਪ੍ਰਿਥੀ ਚੰਦ ਨੂੰ, ਜਿਸ ਵਕਤ ਉਸਨੇ ਇਹ ਸੰਦੇਸ਼ ਸੁਣਿਆ, ਅਤ ਦਾ ਜਿਸ ਤਰੀਕੇ ਨਾਲ ਅੰਦਰ ਹੀ ਅੰਦਰ ਸੜਨਾ ਸ਼ੁਰੂ ਹੋ ਗਿਆ। ਤੇ ਨਾਲ ਹੀ ਬੀਬੀ ਕਰਮੋ ਨਾਲ ਕੀਤੀ ਗੱਲ, ਉਹਨੇ ਆਖਿਆ ਵੀ ਜਿਹੜਾ ਬੂਟਾ ਅਜੇ ਪਣਪਣ ਲੱਗਾ ਹੈ ਨਾ, ਇਸ ਬੂਟੇ ਨੂੰ ਉਗਦਿਆਂ ਨਾਲ ਹੀ ਜੜੋਂ ਉਖਾੜ ਦਿਓ। ਜੇਕਰ ਗੁਰਤਾ ਗੱਦੀ ਆਪਾਂ ਨੂੰ ਚਾਹੀਦੀ ਹੈ ਨਾ, ਤੇ ਇਹ ਕਦਮ ਕਿਸੇ ਹੋਰ ਨੂੰ ਨਹੀਂ ਉਠਾਉਣਾ ਪੈਣਾ, ਇਹ ਕਦਮ ਆਪਾਂ ਨੂੰ ਖੁਦ ਚੱਕਣਾ ਪੈਣਾ ਹੈ। ਕੀਤੀ ਗੱਲ ਦੌਲਤ ਉਸ ਵਕਤ ਦਾਈ ਦੇ ਨਾਲ, ਜਿਹਦਾ ਨਾਮ ਫੱਤੋ ਹੈ, ਇਤਿਹਾਸ ਵਿੱਚ ਲਿਖਿਆ ਹੈ। ਉਸ ਦਾਈ ਨਾਲ ਕੀਤੀ ਗੱਲ ਵੀ ਕਿਸੇ ਤਰੀਕੇ ਨਾਲ ਇਸ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖਤਮ ਕੀਤਾ ਜਾਏ। ਲਾਲਚ ਬੜੀ ਬੁਰੀ ਚੀਜ਼ ਹੈ। ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਜਦੋਂ ਇਹ ਲੋਭ ਆ ਜਾਵੇ ਨਾ, ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਿਕ ਲਹਿਰੀ ਕਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰਕ ਅਨਿਕ ਭਾਂਤ ਬਹੁ ਡੋਲ ਤੇ। ਇਹ ਇੰਨਾ ਖਤਰਨਾਕ ਹੈ ਲੋਭ। ਇਹ ਕਿਤੇ ਨਹੀਂ ਦੇਖਦਾ ਵੀ ਗੁਰੂ ਪਾਤਸ਼ਾਹ ਦੀ ਕਿੱਡੀ ਵਡਿਆਈ ਹੈ, ਇਹ ਤੇ ਗੁਰੂ ਨਾਲ ਵੀ ਧੋਖਾ ਕਰਨ ਲਈ ਤਿਆਰ ਹੋ ਜਾਂਦਾ ਹੈ। ਐਸਾ ਮਾੜਾ ਹੈ ਅੰਦਰਲਾ ਲੋਭ। ਲੋਭ ਦੇ ਵਸ ਹੋਈ ਫੱਤੋ ਦਾਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਪਿਆਉਣ ਵਾਸਤੇ ਤਿਆਰ ਹੋ ਗਈ। ਆਪਣੇ ਥੜਾਂ ਉੱਤੇ ਲਾਇਆ ਉਸਨੇ ਜ਼ਹਿਰ, ਤੇ ਦੁੱਧ ਪਿਆਉਣ ਦੇ ਬਹਾਨੇ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਰਾਂਗੀ ਖਤਮ। ਪਰ ਜਿਹੜੀ ਦਾਤ ਟੁੱਟ ਕੇ ਗੁਰੂ ਨਾਨਕ ਨੇ ਦਿੱਤੀ ਹੋਵੇ, ਗੁਰੂ ਨਾਨਕ ਟੁੱਠਾ ਕੀਨੀ ਦਾਤ, ਜੇ ਗੁਰੂ ਨਾਨਕ ਨੇ ਜਿਹੜੀ ਟੁੱਟ ਕੇ ਦਾਤ ਦਿੱਤੀ ਹੋਵੇ, ਭਲਾ ਐਸੇ ਕਲੋਨੀ ਹਰਕਤ ਕਰਨ ਵਾਲਿਆਂ ਦੇ ਜਿੰਨੇ ਮਰਜ਼ੀ ਯਤਨ ਹੋ ਜਾਣ, ਗੁਰੂ ਨਾਨਕ ਦੀ ਟੁੱਟ ਕੇ ਦਿੱਤੀ ਹੋਈ ਦਾਤ ਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ। ਬਾਲ ਅਵਸਥਾ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਉਹਨਾਂ ਨੇ ਦੁੱਧ ਨਾ ਪੀਤਾ, ਜ਼ਹਿਰ ਦਾ ਉਲਟਾ ਅਸਰ ਹੋਇਆ, ਤੇ ਇਸ ਅਸਰ ਨੇ ਫੱਤੋ ਦਾਈ ਨੂੰ ਹੀ ਖਤਮ ਕਰ ਦਿੱਤਾ। ਜਾਂਦਿਆਂ ਜਾਂਦਿਆਂ ਸਰੀਰ ਛੱਡਦਿਆਂ ਉਹ ਸਾਰਾ ਪਾਜ ਉਘੇੜ ਗਈ ਵੀ ਕੁਝ ਕੁ ਪੈਸਿਆਂ ਦੇ ਬਦਲੇ, ਕੁਝ ਕੁ ਧਨ ਦੇ ਬਦਲੇ ਮੈਂ ਆਪਣਾ ਲੋਕ ਤੇ ਪਰਲੋਕ ਗਵਾ ਕੇ ਜਾ ਰਹੀ ਹਾਂ। ਸਤਿਗੁਰੂ ਦੀ ਬਾਣੀ ਹੋਰ ਬਚਨ ਕਰਦੀ ਹੈ। ਮਾਲਕ ਕਹਿੰਦੇ ਨੇ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਅਤ ਦਾ ਬੁਰਾ ਹੈ, ਪਰ ਪਾਪੀ ਨੂੰ ਪੁੱਛ ਕੇ ਦੇਖੋ, ਕਹਿੰਦਾ ਇਹ ਤੇ ਬੜਾ ਸਵਾਦ ਆਉਂਦਾ ਹੈ ਪਾਪ ਕਰਦਿਆਂ ਹੋਇਆ। ਪਾਪੀ ਨੂੰ ਉਹੀ ਪਾਪ ਜਿਹੜਾ ਹੈ ਪਿਆਰਾ ਲੱਗਦਾ ਹੈ। ਕਿੰਨਾ ਚੰਗਾ ਹੁੰਦਾ ਜਿਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਕੀਤਾ ਹੋਇਆ ਵਾਰ ਖਾਲੀ ਗਿਆ, ਅੱਜ ਜਾ ਕੇ ਅਰਜ਼ੋਈ ਕਰ ਦਿੰਦਾ ਵੀ ਹੁਣ ਤੇ ਪਾਜ ਉਗੜ ਗਿਆ, ਗੁਰੂ ਨਾਨਕ ਦਾ ਘਰ ਤੇ ਰਹਿਮਤ ਦਾ ਘਰ ਹੈ ਨਾ, ਇਹਨੇ ਬਖਸ਼ ਲੈਣਾ ਹੈ। ਚਲੋ ਹੁਣ ਤੱਕ ਕੀਤੀਆਂ ਹੋਈਆਂ ਗਲਤੀਆਂ ਮੈਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਕਰਦਾ ਵਾਂ ਜੋਦੜੀ, ਤੇ ਸਮਾਪਤ ਹੋ ਜਾਣਗੀਆਂ, ਗੁਰੂ ਬਖਸ਼ ਲਏਗਾ। ਪਰ ਅਤ ਦਾ ਪਾਪੀ ਤੇ ਅੰਦਰੋਂ ਪਾਪ ਹੋਰ ਪਿਆਰਾ ਲੱਗਦਾ ਹੈ। ਦੂਜੀ ਚਾਲ ਉਹਨੇ ਕੀ ਚੱਲੀ, ਹੁਣ ਕਰਦਾ ਸਪੇਰੇ ਨਾਲ ਗੱਲ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸਪੇਰਾ ਸੱਪ ਦੇ ਨਾਲ ਡੰਗ ਮਰਵਾ ਕੇ ਖਤਮ ਕਰ ਦੇ। ਜਿਸ ਵਕਤ ਸਪੇਰੇ ਨੂੰ ਭੇਜਿਆ, ਜਿਹੜਾ ਘਰ ਸੱਪਾਂ ਨੂੰ ਬਖਸ਼ਦਾ ਰਿਹਾ ਨਾ, ਦੁਨੀਆ ਨੇ ਸੱਪਾਂ ਨੂੰ ਮਾਰਿਆ ਏ, ਇਹ ਗੁਰੂ ਨਾਨਕ ਦਾ ਘਰ ਹੈ ਜਿਹਨੇ ਸੱਪਾਂ ਨੂੰ ਤਾਰਿਆ ਹੈ। ਛੋਟੀ ਉਮਰ ਦੇ ਅੰਦਰ ਹੀ, ਜਿਸ ਵਕਤ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਦੇਖਦੇ ਆ ਨਾ, ਤੇ ਉਸ ਵਕਤ ਸੱਪ ਵੀ ਛਾਂ ਕਰਦੇ ਰਹੇ ਨੇ। ਭਲਾ ਅੱਜ ਕਿਵੇਂ ਹੋ ਸਕਦਾ ਹੈ ਇਸ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਪ ਆਣ ਕੇ ਖਤਮ ਕਰ ਦੇ? ਉਹ ਸੱਪ ਵੱਲ ਵੇਖ ਕੇ ਉੱਚੀ ਆਵਾਜ਼ ਦੇ ਅੰਦਰ ਜਿਸ ਤਰ੍ਹਾਂ ਬੱਚਾ ਰੋ ਪੈਂਦਾ ਹੈ, ਸੁਚੇਤ ਕਰ ਦਿੰਦਾ ਹੈ, ਕਿਉਂਕਿ ਉਮਰ ਛੋਟੀ ਹੈ, ਹੋਰ ਬੋਲਣ ਦਾ ਤੇ ਕੋਈ ਢੰਗ ਨਹੀਂ ਨਾ। ਤੇ ਸੁਚੇਤ ਕਰਨ ਦਾ ਇੱਕ ਤਰੀਕਾ ਹੈ, ਜਿਵੇਂ ਜਦੋਂ ਭੁੱਖ ਲੱਗੀ ਹੋਵੇ ਉਦੋਂ ਵੀ ਬੱਚਾ ਰੋ ਕੇ ਦੱਸ ਦਿੰਦਾ ਹੈ ਮਾਂ ਨੂੰ, ਮਾਤਾ ਮੈਨੂੰ ਭੁੱਖ ਲੱਗੀ ਹੈ, ਦੁੱਧ ਦੀ ਲੋੜ ਹੈ, ਹੋਰ ਕੋਈ ਤਰੀਕਾ ਨਹੀਂ।
एक तरीका अपनाया, यही तरीका कारगर सिद्ध होया। जिस वक्त चीख मारी सप उल्टा सपेरे नूं डस गया। उन्हें भी जांदिया जांदा सारा पाग उघेड़ दिता भी आ कुछ होया, मैनू लालच दिता गया सी। ब्राह्मण नूं उस तो बाद लालच दिता गया। गुरु हरगोबिंद साहब जी नूं दही दे अंदर जहर पा के खवा दिओ, तुहानूं माला माल कर देंगे। उन्हें जहर पाया, पर फिर अज गुरु हरगोबिंद साहब जी ने बाल अवस्था के अंदर वो जहर, वो दही छकिया ना। अचानक वो दही डुल गया ते कुत्ते ने खा लिया, उसकी मौत हो गई। जिस वक्त रोला पै गया, ये ब्राह्मण अत दा डर गया ते जदों डरिया, इहदे अंदर एक सूल उठिया। जिस तरह बंदा डर जावे, ये होल दे कारण, इस दर्द दे कारण, इस डर दे कारण ये भी मर गया। सतगुरु ने शुकराना मालिक दा कीता। लेप न लागो तिलका मूल, दुष्ट ब्राह्मण मुआ होए कैसूल। आखिर उन्हें पापी ने अपना कीता पा ही लिया, पर जांदिया जांदिया भी सारी वारता दस गया। एक पासे सतगुरु गुरु अर्जन साहब महाराज जी शांति दे पुंज, कोई वैर नहीं किसी नाल, किसी नाल किसी तरीके की कोई वैर वाली भावना नहीं। फिर भी अपना वड्डा भराता जान के हर एक दात सतगुरु जी देंदे रहे ने। बल्कि इत्थों तक माया की भी तोट नहीं उन्होंने आन दी। जिन्नियां दुकानां सन उन्हां दा किराया आदि भी देंदे रहे ने। पर एक ईरखा वाली भावना सी, वो ईरखा सी भी इस गुरता गद्दी दे उत्ते मेरा हक होना चाहिए। इत्थों तक कि हरमंदर साहब की नकल के अंदर भी उन्होंने होर हरमंदर बनाने की कोशिश की भी किसी तरीके नाल गुरता गद्दी मैनू हासिल हो जाए। इतिहास सानू ये कुछ दसदा है, जिस वक्त कोई भी यतन उहदा सफल ना होया ना, उन्हें सरकारी दरबार का आसरा लिया। पहला सुलभी खान आया, फिर सुलही खान नूं चढ़ा के लिया। जिस वक्त सुलही खान आन लगा, सिखां नूं पता लग गया। धन गुरु अर्जन साहब महाराज जी के चरणों में आन के बेनती जोधड़ी करते हैं, मालिक जी सुलही खान आ रहा है। तो लोग कहते हैं वो अत दा डाडा है। भला जिस गुरु ने बाणी विच बचन कहे होण, जिसके सिर ऊपर तू स्वामी, सो दुख कैसा पावै, बोल ना जाने माया मद माता, मरना चीत ना आवे। जिस गुरु ने बाणी विच पहले ही ये बचन कर दिते होण, जिसदा साहिब डाडा होए, तिसनों मार ना सके कोई। उन्हों भला किवें लोकां दा डर हो सकता है। मालिक जी असीं एक मता पका के लियाए हाँ। सतगुरु ने पूछया, मता का अर्थ होंदा है गुरमता पास करके आ जाना, कुछ सलाह मशवरा करके आ जाना। तो मता पका के लियाए हाँ। मालिक कहते मेथों पूछे तो बिना ही मता पका लियाए हो। कहते सतगुरु जी मजबूरी ये आ भी ये हुण मता आपां नूं मनना पैना है। सतगुरु जी पूछन लगे भी की मता पका के लियाए हो। असीं ये मता पका के लियाए हाँ भी जा ते सुलही खान तक पहुँच की जाए, एक पत्तर लिख दिता जाए तुहाडे वल्लों, ते उन्हां नूं कहा जाए सुलही खान तुहाडा ते साडा ते कोई वैर नहीं, ते इस करके तुसी वापस परत जाओ, लड़ाई झगड़ा ना करो। सतगुरु जी कहते ये तो नहीं हो सकता, ये फानी शरीर वास्ते असी तो कुछ नहीं लिख सकते। नाले ना सुलही खान ने गल मननी है ते ना ही असी उन्होंने कुछ लिख के देना है। कहते मालिक जे ये यतन नहीं करना तो फिर अगला यतन ये कर लीए, आपां कुछ सियाणे पुरखां नूं भेज दईए। सतगुरु ने कहा यह भी नहीं कर सकते, क्योंकि जिस घर के अंदर हमेशा सच की आवाज़ आउंदी है ना, जेकर कूड़े लोग सच नूं गाण करन वालियां नूं भरमा लैंदे ने ना, उत्थे ते असीं जल के जा सकते हैं। भाई सत्ता ते बलवंड नूं समझाण ते जा सकते हैं, पर यह शरीर ते अज है, कल नूं इसने चला जाना है।
ਇਹ ਸਰੀਰ ਵਾਸਤੇ ਅਸੀਂ ਕਿਹੜਾ ਯਤਨ ਕਰੀਏ, ਸਰੀਰ ਵਾਸਤੇ ਕੋਈ ਯਤਨ ਨਹੀਂ ਕਰ ਸਕਦੇ। ਕਹਿੰਦੇ ਨੇ ਪਾਤਸ਼ਾਹ ਜੇ ਆਪਾਂ ਪੱਤਰੀ ਨਹੀਂ ਲਿਖ ਕੇ ਭੇਜਣੀ, ਜੇ ਆਪਾਂ ਸਿਆਣੇ ਪੁਰਖਾਂ ਨੂੰ ਨਹੀਂ ਭੇਜਣਾ, ਤੇ ਫਿਰ ਕੋਈ ਯਤਨ ਕੀਤਾ ਹੈ ਇਸ ਤੋਂ ਬਚਣ ਵਾਸਤੇ? ਮਾਲਕ ਨੇ ਕਿਹਾ ਹਾਂ ਯਤਨ ਕਰ ਲਿਆ। ਪਹਿਲਾ ਹੀ ਉਹ ਯਤਨ ਹੈ ਤੇ ਆਖਰੀ ਉਹ ਯਤਨ, ਇਸ ਤੋਂ ਬਿਨਾਂ ਹੋਰ ਕੋਈ ਆਪਾਂ ਯਤਨ ਨਹੀਂ ਕੀਤਾ। ਕਿਹੜਾ ਯਤਨ ਕੀਤਾ ਜੇ? ਪ੍ਰਥਮੇ ਮਤਾ ਜੇ ਪੱਤਰੀ ਚਲਾऊं, द्वितीय मता दोय मानुख पहुँचाऊं, तृतीय मता किश करूं उपाया, मैं सब किश छोड़ प्रभ तू ही त्याया। किते सिख नूं अज समझ आ जाए ना, सानू थोड़ा जिहा दुख लगदा है ना, थां दे उत्ते चक्कर लाने शुरू कर दिंदे आ। थोड़ी जी तकलीफ आ जावे दर बदर भटकना शुरू कर दिंदे आ। किते आसरा इस निरंकार दा लै लईए, अकाल पुरख दा लै लईए। गुरु अर्जन साहब जी ने अपने जीवन के अंदर पूरने पा के दिखाए बई आसरा केवल निरंकार दा लई। ते जिस वक्त बाबा प्रीति चंद उन्होंने अपने पिंड जिन्हों इतिहास ने हेरी लिखिया है, उत्थे अपने आवे दिखाने वास्ते चला गया ना, उन्हें आख्या भी मैनू लालच कोई नहीं, धन दौलत मेरे कोल बहुत है, मेरे ते अपने आवे चलते हैं, दौलत की मेरे कोल कोई कमी नहीं, पर मैं अपना हक लेना चाहना वा, ते ये हक मैनू मिलना ही चाहिए है। जिस वक्त आवे दिखाण वास्ते गया, घोड़ा एकदम तरब गया, ते जिस वक्त देखण लगे वो आवे, उस आवे दे अंदर ही चला गया। ते कहते ने उस वक्त सुलही खान मौत हो गई। सिखा ने आन के क्या सतगुरु गुरु अर्जन साहब जी बधाइयां हो। मालिक ने क्या केड़ी गल दियां? कहते सुलही खान खत्म हो गया है, आवे देखण गया मर गया है। मालिक ने क्या जिस वक्त चढ़ के आया सी ना आसरा, उस वक्त भी निरंकार दा सी। ते याद रखियो अज जे सुलही खान खत्म हो गया है ना, ते निरंकार दा ही शुक्र करो। सुलही ते नारायण राख, सुलही का हाथ कहीं ना पहुंचे, सुलही होए मुआ नापाक। अग च सड़न वाले नूं कहंदे ने नापाक। मुसलमान क्योंकि कबर दे अंदर दफन करते हैं, जेड़े अग दे अंदर सड़ जाना उन्हां नूं बड़ी अपवित्र आत्मा कहंदे ने। अपवित्र तरीके दे नाल मरना अग च सड़न वाले नूं कहंदे ने। इसलिए सतगुरु ने शब्द वरते सुलही नापाक हो के, क्योंकि उन्हां दे धर्म मुताबक नापाक होके मरिया, अपवित्र होके उन्हें अपना शरीर छड्डिया। हुण जिस वक्त ये यतन ना चलिया, मन की एक सोच सी, वो सोच ये सी भी शायद गुरु इस करके गुरु अर्जन साहब जी नूं लोग मनते ने क्योंकि उन्हां कोल बाणी है, ते जे किते बाणी साडे कोल होवे ते गुरु अर्जन साहब जी की थां ते लोग सानू पूजना शुरू कर देन। वो तो सिख बड़े सुचेत सन। अज दा सिख हुंदा ते धारना लाण वालियां दे पिछे तुर पैंदा है। अज दा सिख होवे ना, जेड़े संत बाबियां दे जोड़े पै होण ना, उन्हां नूं पूजना शुरू कर दिंदा है। अपने दिमाग नूं जंदरे लाए हुए ने, अपनी अकल दा ते इस्तेमाल कोई नहीं ना करना। सानू ते बस कोई दस्सण वाला चाहे, दस्सण वाला होवे, जिन्ने लाई गली पिछे लग चली, बस कोई गल्लां च ला लवे, सानू दस देवे बई आ संत दे अंदर, वो फलाने फलाने संत दे अंदर आ गुण ने, बस दस्सण वाला होवे, असीं ते उहदियां गल्लां पिछे लग के पिछे तुर पैंदे आ। कोई अपनी मत का इस्तेमाल नहीं करना, क्योंकि मत नूं जंदरे लाए ने। देखो हुण ध्यान देना, सतगुरु ने भी बड़ा सुचेत किया है सिखां नूं। जिस वक्त आप इतिहास नूं पढ़दे आ ना, सतगुरु ने भाई गुरदास जी नूं कहा, भाई गुरदास जी मीने पान लगे ही रला, बाणी जुदा कर धरिए। क्योंकि इन्हां ने अपने नाम के थले बाणी बनानी, गुरु नानक का नाम वरत्या ते अपनी बोल अपनी बाणी बनानी शुरू कर दी। मेहरबान पुत्र पृथ्वी एकाक विश्री करे, हिंदी संस्कृति फारसी नाले गुरमुखी पढ़े, तिन भी बाणी बहुत बनाई, भोग भोग गुरु नानक जी का ही पाई। नाम थले गुरु नानक का वरत लेना, भोग गुरु नानक जी का पाई, ऊपर जिहड़ी सारी वार्ता वो अपनी लिख लैनी।
इस करके गुरु अर्जन साहब जी ने कहा हुण बाणी नूं जुदा करन दा, अड करन दा वक्त आ गया है। होर भी कई कारण सन, क्योंकि अगवाई सिख जगत की ज्ञान ही कर सकता है। सतगुरु का शरीर एक थां दे उत्ते रह सकता है। जे गुरु अर्जन साहब जी हरमंदर साहब के अंदर ने तो जड़ियाँ दूर दूर संगतां ने वो किवें गुरु के दीदार करन। सतगुरु के शरीर है जोई सब समय सब स्थान न दर्श है, ग्रंथ हृदा गुरु का इवजानू उत्तम है सब कार्य है। इसलिए जिहड़ा ग्रंथ हृदा है ना, वो हर थां ते सिख नूं इह याद दिलाउंदा है मेरा गुरु हर थां ते विराजमान है। एक होर सोच सी गुरु अर्जन साहब जी दी, एक दिवस प्रभ प्रातः काल दया भय प्रभ दीन दयाल, ए मन उपजी प्रगट्यो जग पंथ जे कारण की जय अब ग्रंथ। कई कारण रल गए, एक ते बाणी नूं आपां जुदा कर लईए, एक पंथ की अगवाई सिख कौम नूं जागरता लियाउण वास्ते हर थां ते गुरु सहाय होवे, इस करके ग्रंथ की लोड़ है। और कमाल की गल, जिहड़े लोगों ने अज तक नताड़ के रखा सी, लताड़े हुए सी जिहड़े लोग, जिन्होंने कहा जाता सी ते शूदर ने, ये ते पानी भरन वाले ने, कम्मी लोग ने, जिन्होंने ना धार्मिक ग्रंथ पढ़न का अधिकार सी, ना ही उन्होंने धार्मिक स्थानों उत्ते जाण का अधिकार सी। पर सच का कोई, जिंदे कोल सच ना, उहदी कोई जात नहीं, उहदा कोई मजहब नहीं, उहदी कोई गोत नहीं, उहदा कोई इलाका नहीं, सच ते सच ही रहना है। ते मालिक की बाणी कहती है सचो उरै सब को ऊपर सच आचार। जेड़े हिरदे विच भी सच आया, वो भावें भगत रविदास जी सी जिन्हों लोग चमार कहते सन, वो भावें भगत कबीर साहब जी सी जिन्हों लोग जुलाहा कहते सन, वो भावें भगत नामदेव जी सी जिन्हों लोग शिबा कह के दुदकारते सन। पर ख्याल करना, मता ये भी गल समझ लेना बई भगत रविदास जी चमार सन, इस करके गुरु ग्रंथ साहब जी के अंदर उन्होंने थां दी गई, नहीं नहीं। ये भी ना समझ लेना भी भगत कबीर साहब जी जुलाए सन, इस करके उन्होंने गुरु ग्रंथ साहब जी के अंदर थां दी गई। ये भी ना सोच लेना भी भगत नामदेव जी शिंबे सन, इस करके उन्होंने थां दी गई। भगत रविदास जी वर्गे उन्हों की कुल वाले थे, रविदास ढवंता ढोर ने तिन त्यागी माया, उन्हों की कुल वाले थे अज भी देखा जा सकता भी थां थां के उत्ते, कुछ बनारस अंदर भावें किते भी होण, पर हर एक नूं ते नहीं उस वक्त भी थां दी गई गुरु ग्रंथ साहब जी के अंदर। ये भी ना सोच लेना भी बाबा फरीद साहब जी इस्लाम नाल संबंध रखने वाले सन ते गुरु अर्जन साहब जी ने मुसलमान करके उन्होंने थां दे दी, नहीं। जिहदे कोल भी सच सी, जिनका सिद्धांत गुरु नानक की सोच मुताबिक मेल खांदा सी, केवल ते केवल उसनूं थां दी गई है गुरु ग्रंथ साहब महाराज जी के अंदर, बाकी किसी नूं नहीं। क्योंकि उस वक्त अखौती भगत भी आए सन ते कैसा सुचेत होकर गुरु ग्रंथ साहब महाराज जी की लिखाई का काम किया भाई साहब भाई गुरदास जी ने। कुछ उदाहरण देना, किसी सिख ने पूछा भाई गुरदास जी तुहानूं किवें पता लग जाता है भी ये बाणी खसम दी है ते ये बाणी कच्ची है, आखिर की पैमाना है तुहाडे कोल? ते भाई साहब भाई गुरदास जी ने उदाहरण बड़ी कमाल दी दी, कहते जे सुहागण बन जा, बस सुहागण नूं अपने पति की आवाज़ की पहचान होती है। कमरा होवे बंद, अंदर कई पुरख कर रहे होण गल्लां, बाहर आवाज़ मध्यम मध्यम जी आउंदी होवे ते कोई पूछे भी ये कौन बोल रहा है, सुहागण कह देगी ये मेरे पति की आवाज़ नहीं। ते जिस वक्त पति बोलेगा फट उस वक्त कह देगी आ मेरे पति दी, मेरे भरता की आवाज़ है, आ है मेरे पति की आवाज़। उन्होंने क्या भी समझे नहीं? भाई साहब भाई गुरदास जी ने क्या बस आ एक रमज है, सिख नूं सुहागण वाला रूप धारण करना चाहिए है। उन्होंने पता होना चाहिए भी किहड़ी खसम की बाणी है ते किहड़ी नकल है इस दे मुकाबले के अंदर, क्योंकि आम तौर पर असल के मुकाबले में नकल बड़ी छेती खड़ी हो जाती है ते आम बंदा तो खा जाता है भुलेखा, जिन्हों पहचान नहीं वो तो खा जाता है भुलेखा।
पर जिहड़ा सुनियारा है ना, ਉਹਨੂੰ पता है भी आ नकली सोना है तो आ असली है, पहचान है। ਇਹ ਭਾਵ ਨੂੰ ਲੈ ਕੇ ਚੱਲਣਾ ਪਏਗਾ ਪਹਿਚਾਣ ਕਰਨ ਵਾਸਤੇ ਵੀ ਅਸਲੀ ਬਾਣੀ ਕਿਹੜੀ ਹੈ। ਇਸ ਕਰਕੇ ਜਿਸ ਵਕਤ ਲਿਖਾਈ ਕਰਦਾ ਵਾਂ ਉਹ ਬਾਣੀ ਨੂੰ ਜੁਦਾ ਕਰ ਦੇਣਾ ਵਾਂ, ਅੱਡ ਕਰ ਦੇਣਾ ਵਾਂ। ਨਕਲੀ ਜਿਹੜੀ ਬੋਲ ਨੇ ਉਹਨਾਂ ਨੂੰ ਪੇਲ ਦੇਣਾ ਵਾਂ, ਸੱਚ ਰੱਖ ਲੈਣਾ ਵਾਂ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੇ ਦੱਸਿਆ 1601 ਤੋਂ ਲੈ ਕੇ 1604 ਤੱਕ 3 ਸਾਲਾਂ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਾਈ ਦਾ ਕੰਮ ਕੀਤਾ। ਜਿਸ ਵਕਤ ਲਿਖਾਈ ਦਾ ਕੰਮ ਸੰਪੂਰਨ ਹੋਇਆ ਨਾ, ਬੜੇ ਲੋਕਾਂ ਨੇ ਉਸ ਵਕਤ ਦਾਅਵੇ ਕੀਤੇ, ਕਿਉਂਕਿ ਅਸਲ ਦੇ ਮੁਕਾਬਲੇ ਨਕਲ ਤੇ ਹੈ ਹੀ ਹੈ ਨਾ। ਤੇ ਜਿਹੜੇ ਲੋਕ ਆਪਣੇ ਆਪ ਨੂੰ ਭਗਤ ਕਹਿੰਦੇ ਸਨ ਉਹ ਵੀ ਚੱਲ ਕੇ ਆਏ। ਇਤਿਹਾਸ ਨੇ 4 ਭਗਤਾਂ ਦਾ ਜ਼ਿਕਰ ਕੀਤਾ ਹੈ, ਸੰਖੇਪ ਜਿਹਾ ਕਹਿ ਕੇ ਅੱਗੇ ਚੱਲਦੇ ਹਾਂ। ਕਾਨ੍ਹਾ ਆਇਆ, ਆਣ ਕੇ ਕਹਿਣ ਲੱਗਾ ਸਤਿਗੁਰੂ ਜੀ ਮੇਰੀ ਬਾਣੀ ਨੂੰ ਵੀ ਦਰਜ ਕਰੋ, ਕਿਉਂਕਿ ਤੁਸੀਂ ਤੇ ਉਹਨਾਂ ਨੂੰ ਐਡਾ ਮਾਣ ਦੇ ਦਿੱਤਾ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਸਨ, ਤੁਸੀਂ ਉਹਨਾਂ ਨੂੰ ਆਪਣੇ ਨਾਲ ਬਿਠਾ ਦਿੱਤਾ। ਔਰ ਕਮਾਲ ਦੀ ਗੱਲ ਇਹ ਬਈ ਜਿੱਥੇ ਆਪਣੀ ਬਾਣੀ ਸਤਿਗੁਰੂ ਦਾਤਾਰ ਪਿਤਾ ਦੀ ਹੈ, ਭਾਵੇਂ ਗੁਰੂ ਨਾਨਕ ਸਾਹਿਬ ਜੀ ਦੀ ਹੈ, ਭਾਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ, ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਜਾਂ ਗੁਰੂ ਰਾਮਦਾਸ ਸਾਹਿਬ ਜੀ ਦੀ, ਜਾਂ ਪੰਚਮ ਪਿਤਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਹੈ। ਕਿਉਂਕਿ ਹੁਣ ਤੱਕ ਦਾ ਜਿਹੜਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਬਾਅਦ ਵਿੱਚ ਇਸ ਵਿੱਚ ਬਾਅਦ ਵਿੱਚ ਆਪਾਂ ਦੇਖਦੇ ਹਾਂ ਇਤਿਹਾਸ ਨੂੰ ਪੜ੍ਹ ਕੇ ਉੱਤੇ ਐਡ ਹੋਈ। ਪਰ ਜਿਹੜੀ ਅੱਜ ਵੀ ਆਪਾਂ ਇਤਿਹਾਸ ਨੂੰ ਦੇਖਦੇ ਹਾਂ ਜਿਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਨੇ, ਇਤਿਹਾਸ ਨੇ ਇਹ ਵੀ ਲਿਖਿਆ ਹੈ ਵੀ ਉਹਦਾ ਵਜ਼ਨ ਵੀ ਬਹੁਤ ਹੈ। ਇੱਥੋਂ ਤੱਕ ਕਿ ਜਿਹੜਾ ਤਾੜ ਦੇ ਰੁੱਖ ਤੋਂ ਕਾਗਜ਼ ਤਿਆਰ ਹੁੰਦਾ ਸੀ ਨਾ, ਉਸ ਤਰੀਕੇ ਨਾਲ ਇਹ ਗ੍ਰੰਥ ਬਣਾਇਆ ਗਿਆ ਤੇ ਇਤਿਹਾਸ ਨੇ 2.5 ਮਣ ਦਾ ਵਜ਼ਨ ਇਹਦਾ ਲਿਖਿਆ ਹੈ। ਜੋ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ ਹੈ ਨਾ, 1 ਕੁਆਂਟਲ ਵਜ਼ਨ ਸੀ ਜੋ ਆਮ ਬੰਦਾ ਚੁੱਕ ਵੀ ਨਹੀਂ ਸਕਦਾ। ਤੇ ਤਕਰੀਬਨ 98 ਸਾਲ ਦੀ ਉਮਰ ਸੀ ਉਸ ਵਕਤ ਬਾਬਾ ਬੁੱਢਾ ਜੀ ਦੀ, ਜਿਸ ਵਕਤ ਉਹਨਾਂ ਨੇ ਪਹਿਲਾ ਪ੍ਰਕਾਸ਼ ਕੀਤਾ। ਪਰ ਅਖੌਤੀ ਭਗਤ ਆਏ, ਉਹਨਾਂ ਨੇ ਕਿਹਾ ਵੀ ਸਾਡੀ ਵੀ ਬਾਣੀ ਦਰਜ ਕਰੋ। ਮਾਲਕ ਨੇ ਕਿਹਾ ਵੀ ਜੇਕਰ ਬਾਣੀ ਗੁਰੂ ਨਾਨਕ ਦੇ ਆਸ਼ੇ ਮੁਤਾਬਕ ਹੋਈ ਤੇ ਸਾਨੂੰ ਤੇ ਕੋਈ ਇਤਰਾਜ਼ ਨਹੀਂ। ਬੜੇ ਉੱਚੇ ਸਥਾਨ ਦੇ ਉੱਤੇ ਬਿਠਾਇਆ, ਬੜਾ ਮਾਣ ਦੇ ਨਾਲ ਬਿਠਾਇਆ ਤੇ ਕਹਿਣ ਲੱਗੇ ਵੀ ਆਪਣੇ ਬੋਲ ਸੁਣਾ ਦੇਵੋ। ਦੇਖੋ ਇੱਕ ਪਾਸੇ ਗੁਰੂ ਅਰਜਨ ਸਾਹਿਬ ਜੀ ਉਹਨਾਂ ਭਗਤਾਂ ਨੂੰ ਐਡਾ ਮਾਣ ਦਿੰਦੇ ਨੇ, ਭਗਤ ਰਵਿਦਾਸ ਜੀ ਉਹ ਕੀ ਬਾਣੀ, ਬਾਬਾ ਫਰੀਦ ਸਾਹਿਬ ਜੀ ਨੂੰ ਬਾਬਾ ਫਰੀਦ ਸਾਹਿਬ ਜੀ ਕੀ ਬਾਣੀ, ਭਗਤ ਨਾਮਦੇਵ ਜੀ ਕੀ ਬਾਣੀ। ਕਮਾਲ ਦੀ ਗੱਲ, ਅੱਜ ਇਹਨਾਂ ਭਗਤਾਂ ਨੂੰ ਵੀ ਮਾਣ ਦਿੱਤਾ ਜਾ ਰਿਹਾ ਹੈ। ਪਰ ਜਿਸ ਵਕਤ ਇਹਨਾਂ ਦੇ ਬੋਲ ਸੁਣੇ ਨਾ, ਮਨੁੱਖੀ ਤਲ ਤੇ ਰੱਬ ਦੇ ਤਲ ਦੇ ਅੰਦਰ ਭਗਤਾਂ ਅੰਦਰ ਬੜਾ ਵੱਡਾ ਫਰਕ ਹੈ। ਕਿਉਂਕਿ ਭਗਤਾਂ ਨੇ ਤੇ ਆਪਣਾ ਘਰ-ਬਾਰ ਵੀ ਕਿਹਾ ਮਾਲਕ ਸਾਡਾ ਤੇ ਹੈ ਹੀ ਕੋਈ ਨਹੀਂ, ਸਾਡਾ ਤੇ ਨਾਮ ਹੀ ਕੋਈ ਨਹੀਂ। ਕਿਉਂਕਿ ਜਿੰਨੀ ਦੇਰ ਤੱਕ ਇਹ ਹੰਕਾਰ ਹੈ ਨਾ, ਕਬੀਰ ਮੁਕਤ ਦੁਆਰਾ ਸ਼ੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ। ਪਰ ਜਿੰਨੀ ਦੇਰ ਤੱਕ ਹੰਕਾਰ ਹੈ ਉਨੀ ਦੇਰ ਤੱਕ ਤਾਂ ਰੱਬ ਨਹੀਂ ਨਾ ਅੰਦਰ ਆ ਸਕਦਾ। ਕਿਉਂਕਿ ਦੋਨਾਂ ਦੀ ਵਿਰੋਧਤਾ ਹੈ। ਮਾਲਕ ਨੇ ਬਾਣੀ ਵਿੱਚ ਬਚਨ ਕੀਤੇ ਨੇ ਨਾ, ਹਉਮੈ ਨਾਵੇ ਨਾਲ ਵਿਰੋਧ ਹੈ ਤੋ ਇਹਨਾਂ ਵਸਾ ਇੱਕ ਥਾਏ। ਨਾਮ ਦੀ ਇੱਕ ਸ਼ਰਤ ਇਹ ਆ, ਉਹ ਇੱਕ ਸ਼ਰਤ ਰੱਖਦਾ ਹੈ ਵੀ ਪਹਿਲਾਂ ਹੰਕਾਰ ਨੂੰ ਬਾਹਰ ਕੱਢ। ਜੇ ਹੰਕਾਰ ਨੂੰ ਬਾਹਰ ਕੱਢੇਗਾ ਮੈਂ ਤਾਂ ਤੇਰੇ ਅੰਦਰ ਆਣ ਕੇ ਵਸਾਂਗਾ। ਪਰ ਹਉਮੈ ਦੀ ਕੋਈ ਸ਼ਰਤ ਨਹੀਂ, ਇਹਦੀ ਕੋਈ ਸ਼ਰਤ ਨਹੀਂ। ਇਹ ਕਹਿੰਦਾ ਤੂੰ ਨਾਮ ਵੀ ਜਪੀ ਜਾਏ ਨਾ ਤਾਂ ਵੀ ਮੈਂ ਤੇਰੇ ਨਾਲ ਆ ਜਾਵਾਂਗਾ, ਨਿਤਨੇਮ ਵੀ ਕਰੀ ਜਾਏ ਨਾ ਮੈਂ ਤਾਂ ਵੀ ਵਿੱਚ ਆਣ ਕੇ ਬੈਠ ਹੀ ਜਾਵਾਂਗੀ, ਮੇਰੀ ਪਰਵਾਹ ਨਾ ਤੂੰ ਕਰੀ। ਕਿਉਂਕਿ ਕਈ ਵਾਰੀ ਬੰਦਾ ਨਿਤਨੇਮ ਕਰਦਾ ਹੋਇਆ ਵੀ ਕਹਿ ਦਿੰਦਾ ਨਾ ਮੇਰੇ ਵਰਗਾ ਨਿਤਨੇਮੀ ਕੌਣ ਹੈ, ਮੇਰੇ ਵਰਗਾ ਸੇਵਾ ਕਰਨ ਵਾਲਾ ਕੌਣ ਹੈ। ਇਹ ਬੋ ਆ ਰਹੀ ਸੀ ਉਹਨਾਂ ਭਗਤਾਂ ਦੇ ਹਿਰਦੇ ਵਿੱਚੋਂ। ਕਿਉਂਕਿ ਮਨੁੱਖੀ ਤਾਲੇ ਨਾ ਕਵੀ ਦੀ ਸੋਚ ਹੈ, ਕਦੀ ਉਡਾਰੀ ਉੱਚੀ ਮਾਰ ਜਾਂਦਾ ਹੈ, ਕਦੀ ਉਡਾਰੀ ਥੱਲੇ ਦੀ ਪੱਦ ਦੀ ਹੋ ਜਾਂਦੀ ਹੈ। ਹੁਣ ਜਿਹੜੀ ਥੱਲੇ ਦੀ ਪੱਧਰ ਦੀ ਸੋਚ ਹੈ ਉਹਦੇ ਵਿੱਚੋਂ ਹੰਕਾਰ ਦੀ ਮੁਸ਼ਕ ਆਉਂਦੀ ਹੈ। ਭਾਂਡਾ ਉਹੀ ਚੰਗਾ ਹੈ ਜਿਹਦੇ ਵਿੱਚ ਸਾਫ਼ ਵਸਤੂ ਰਹੇ। ਜਿਹੜਾ ਭਾਂਡਾ ਪਹਿਲਾਂ ਹੀ ਮਲੀਨ ਹੋ ਚੁੱਕਾ ਉਹਦੇ ਵਿੱਚ ਨਾਮ ਟਿਕ ਨਹੀਂ ਸਕਦਾ। ਹੁਣ ਉਹਨਾਂ ਨੇ ਆਪਣੇ ਬੋਲ ਕਹੇ। ਭਾਈ ਕਾਨ੍ਹਾ ਕਹਿੰਦਾ ਹੈ, ਉਹ ਭਗਤ ਆਇਆ, ਉਹ ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ ਜਿਸੇ ਬੰਦ ਪੁਰਾਣ ਜਸ ਗਾਵੇਂ, ਖੋਜਤ ਖੋਜ ਨਾ ਕੋਈ ਰੇ। ਜਾ ਕੋ ਨਾਰਦ ਸਾਰਦ ਸੇਵੈ, पूजै देवी देवा रे, ब्रह्मा विष्णु महेश आराधे, सब करते तिसकी सेवा रे।
कहते ने मैं ਉਹੀ परमात्मा का रूप हाँ। गुरु अर्जन साहब जी कहते ने भलिया पुरखा जेड़ा घर हमेशा तू तू की आवाज़ मारदा है ना, जब हम होते तब तू ना ही, अब तू ही मैं ना ही। जिस घर विचों आवाज़ ही तू तू दी आउंदी, इत्थे ते घर दे बोल ने हूँ आपो बोल ना जानदा। मैं कहया सब हुक्माओ जियो, तू कहना मेरे बोल ने, जैसी मैं आवे खसम की बाणी। तैसड़ा करी ज्ञान वे लालो, मेरा अपना ज्ञान कोई नहीं, ना मैं किसी नूं शरीर नाल जोड़न लगा वा, ना मेरा अपना ज्ञान है, तो गुरु परमात्मा ने ज्ञान दिता है। इत्थे ते हंकार नूं थां ही कोई नहीं। कबीर तू तू करता तू हुआ, मुझ में रहा ना हूँ, जब आपा परका मिट गया जब देखो तब तू। भला तेरे बोलां नूं किवें थां मिल सकदी है? तेरे अंदरों ते हंकार दी मुश्क आ रही है। बड़े कबोल बोल बोले इसने, जे मेरी बाणी नूं दर्ज नहीं करोगे तो मैं सरकारे दरबारे जाके तुहाडी मौत का कारण बनागा, तुहानूं शहीद करावांगा। पर रस्ते विच ही इहदी मौत हो गई। उस तो बाद आए ने भगत पीलू जी, वो कहते ने साडे नालों से भले जमदिया जो मूए, उन्हां कीचड़ पाव ना डूबिया, ना आलूद पए। मालिक ने क्या नहीं, ये घर ऐसी निराशता नहीं पैदा करता। इस घर की वडियाई ये आ, इत्थे ते जन्म लैके प्रवान करना है। चिरंकाल ये देह संजरिया, मिल जगदीश मिलन की बरिया। ये तो मनुखा जन्म सफल करना है, ना कि इनू बर्बाद करना है। भगत छज्जू आए, वो कहते ने कागज संधी पूतरी, तौ ना त्रिया निहार, इउं ही मार लै जाएगी ज्यों बिरुचा दी तार। मालिक ने कहा यह भी गल नहीं, क्योंकि इस घर विच औरत नूं मान दिता गया। कि धन जनेंदी माओ आए सफल से, औरत नूं एडा वड्डा मान दिता गया है। सो क्यों मंदा आखिया जे जम्मै राजान। तू कहना कागज की बनाई हुई औरत नूं देखना ही पाप है, ये किवें हो सकता है? ये घर दा ते तुहाडे बोलां दा कदे मेल ही नहीं हो सकता। हुण शाह हुसैन ने देखा भी इन्हां दी ते पेश नहीं गई, तो मैं कुछ ऐसा लिख देवां जिहदे नाल गुरु अर्जन साहब जी प्रभावित हो जान। वो कहता चुप वे अड़िया, चुप वे अड़िया, बोलन दी किश जाहे ना अड़िया। मालिक कहते ने जब लग दुनिया रही है नानक, कि सुनी है किश कही है। जिन्नी देर तक दुनिया दे अंदर ये बोलना की है ते की नहीं बोलना, संत मिले कि सुनिए कही है, मिले असंत मस्त कर रही है। आ गल अपने हृदय में धारण करना। बस ये लोग हुए निराश ते चले गए। जाके विरोधता ऐसी करनी शुरू कर दी, कहने लगे भी गुरु अर्जन साहब जी ने जिहड़ा ग्रंथ बनाया है ना, इस ग्रंथ विच इस्लाम धर्म की बड़ी वड्डी विरोधता है। जिहड़ा गुरु ग्रंथ साहब गुरु अर्जन साहब जी ने तैयार किया है ना, उस दे विच साडे धर्म सनातन धर्म के खिलाफ बहुत कुछ लिखिया है। पर इस घर की वडियाई इत्थे किसी की विरोधता नहीं, इत्थे ते सच की आवाज़ है। गुरु नानक दा घर सच बोलता है, वो गल वखरी है भी कूड़े बंदियां नूं वो गल चुभदी है। शिकायत पहुँच गई उस वक्त अकबर सी बादशाह। अकबर है सी गुरु नानक दे घर दा श्रद्धालु। इतिहास सानू दसदा है अकबर पहला भी आया जिस वक्त गुरु अमरदास साहब महाराज जी दे जिस वक्त गोइंदवाल साहब दे अंदर विराजमान ने, उत्थे आण के उन्हें लंगर छकिया है। इत्थों तक अकबर गुरु अर्जन साहब महाराज जी नूं भी मिले ने, क्योंकि जिहड़े शंके समय समय मुताबक उपदे रहे ने उन्हां नूं निवृत्त करना जरूरी सी। इस करके उन्हां लोकां दी रखण वास्ते ना भी, क्योंकि राजे का काम है हर एक की गल सुनना, इसलिए वो बादशाह ने बुला लिया बटाले की धरती उत्ते बई अपना ग्रंथ साहब लैके आओ, असीं देखना चाहते हैं, पढ़ना चाहते हैं, तो ये लोगों के जिहड़े शंके ने इन्हां नूं निवृत्त करना चाहते हैं। इतिहास ये दसदा है भी जिस वक्त बाबा बुढ़ा साहब भाई गुरदास जी ते होर सियाणे सिख बटाले की धरती उपर पहुँचे ने ना, उस वक्त अकबर भी पास बैठिया ते गुरु ग्रंथ साहब जी का प्रकाश किया। कैसा एक घर है जिदे विच ना कोई जात करके वितकरा है, ना कोई बोली करके वितकरा है, ना कोई इलाके करके वितकरा है। इत्थे सब नूं साझा उपदेश है। खत्री ब्राह्मण शूद वैश्य उपदेश चौं वर्ना को साझा, सब नूं ही साझा उपदेश है।
इस करके जिस वक्त बोल आए ना तिलंग महला पंजवा, खाक नूर करदम आलम दुनियाए, आसमान जिमी दरख्त आप पैदाइश खुदाए, बंदे चश्म दीदंग फैनाए, दुनिया मुरदार कुदनी गाफल हवाए। हुण है सी ये फारसी दे बोल, इन्ना प्रभावित होया अकबर कहन लगा इत्थे ते तुसी कहंदे हो इस्लाम दी विरोधता है, इत्थे ते बोली साडी है, ये ते बोली साडी दे अंदर गल कीती जा रही है, किड्डा महान ये ग्रंथ है। उन्होंने क्या नहीं अकबर जी ये निशानी ला के लियाए सी, इन्होंने लाई निशानी, इस करके उस तरीके नाल इन्हां ने गुरु ग्रंथ साहिब जी का कीता प्रकाश, इस करके बोल आए ने। हुण इन्हां नूं कहो दोबारा हुक्मनामा लवो, दोबारा खोलो गुरु ग्रंथ साहिब जी नूं, फिर देखते हैं भी किहड़ी आवाज़ आउंदी है। पर जिहड़ा दर ही परमात्मा का घर है, एक गल याद रखना, सिख नूं हर वक्त अपने आप नूं पड़चोलना पेगा। कई लोग कहते हैं ना भी अज गुरु ग्रंथ साहिब जी किहड़े बोलते हैं, देहधारियां कोल जाओ, देहधारी बोल के उपदेश करते हैं। कदे गुरु ग्रंथ साहिब जी नूं बुलाउण दी आपां कोशिश कीती है? कदे हुक्मनामा लैके देखो, करो अरदास, हुक्मनामे तो बाद देखो उहदे अर्थां नूं। जे साडे अंदर कोई कमी है तो यह पिता ऐसा है जिहड़ा झिड़क भी दिंदा है पर मुड़ गल विच ला भी लैंदा है। ये माँ ऐसी है जिहड़ी प्यार नाल थप्पड़ भी मार देंदी है, पर फिर हिरदा को माँ दा है ना, पर फिर तरस खा के अपने कलेजे नाल ला भी लैंदी है। साडे अंदर कोई कमी, उस कमी नूं दूर करने वास्ते सतगुरु जी उपदेश दिंदे ने। तो मता हुक्मनामे असीं बदलण लग जाइए भी एक कड़रा हुक्मनामा है, अपने आप को असीं सुधारना है। उस तो बाद कहते हैं भी दोबारा खोलो, फिर देखते हैं भी किहड़ा हुक्मनामा आउंदा है, भी किहड़ी आवाज़ आउंदी है इस घर विचों। और कमाल की गल, ये दर कैसा कमाल का घर है। मारू महला पंजवा, अल्लाह अगम खुदाई बंदे, छोड़ ख्याल दुनिया के धंधे, हुए पैखाक फकीर मुसाबर, ए दरवेश कबूल दरा। जे रब दे घर विच प्रवान होना ही ना, आ कुछ हिरदे विच धारण कर ला, इत्थे ते अल्लाह दा नाम आ रहा है। फिर नमस्कार की अकबर ने, कहन लगे महान ग्रंथ है, क्योंकि जेड़े वहमां च पाण आए ने ना, जेड़े भुलेखे विच पाण आए ने, वो कहंदे ने भी ये भी हुण असीं आप हुक्मनामा लैने आ, असीं आप कटने आ, फिर देखने आ भी किहड़ी आवाज़ आउंदी है। पर ये तो सच का घर इन्हां ने तो बोल के दसना है भी किहड़ी कमी है। तो सतगुरु ने उस वक्त जिहड़ा हुक्मनामा दिता ना, रामकली महला पंजवा, कोई बोले राम राम, कोई खुदाए, कोई सेवै गुसैया, कोई अलाए, कारण करन करीम कृपा ता रहीम। ये दर तो सच की आवाज़ आउंदी है। तो अकबर बादशाह ने ना नमस्कार की, इतिहास ने उस वक्त क्या है, भेटा रखी 51 मूरा, नमस्कार की भी। तो साझा ग्रंथ है। अज भी जे दुनिया नूं शांति चाहिए है ना, तो शांति कितों बाहरों नहीं मिलनी। जिन्हों शांति चाहिए साहब श्री गुरु ग्रंथ साहिब महाराज जी के चरणों नाल जुड़ जान, बस इस तो बिना शांति होर आ ही नहीं सकती, क्योंकि ये सर्ब साझा उपदेश है। हुण अगे चलीए, जेकर इतिहास नूं आपां होर ध्यान नाल पढ़ीए ना, जिस वक्त सतगुरु ने तरन तारण साहिब बनाया ना, तरन तारण साहिब के नगर का निर्माण किया, ये सी वो एरिया जिथे इस्लाम का ऐसा ऐसा प्रभाव वध रहा सी। ते सरवरिया दे लोग पुजारी हो रहे सन। सरवरी दे पुजारी होने का अर्थ यह सी भी ऐसा ऐसा इस्लाम वाल नूं प्रेरित होना, ऐसा ऐसा इस्लाम विच आ जाना। गुरु अर्जन साहब महाराज जी ने तरन तारण साहब के इलाके में सिक्खी का प्रचार करना शुरू कर दिता। इतिहास ने 2 नावां का जिक्र किया है, एक शेख फरीद बुखारी, एक शेख सरहंदी, शेख फरीद सरहंदी, दोनों का जिक्र किया है भी ये 2 सन जिन्हों ने आन आन के शिकायतां कीतियां। कईयां ने चंदू की लड़की का भी रिश्ते का जिक्र किया है, ये भी जायज़ है। भावें अज दे हालात कुछ ऐसे ने भी सानू तो कोई लालच दे देवे ना, सानू कोई भरमा लवे तो भरम बड़ी छेती जाने।
ਪਿੱਛੇ ਜਿਹਾ ਸਾਡੇ ਹੀ ਪੰਥ ਨੇ ਉਹਨਾਂ ਲੋਕਾਂ ਨੂੰ ਸਿਰਪਾਓ ਵੀ ਦਿੱਤੇ। ਇਹ ਗੱਲ ਯਾਦ ਰੱਖਣਾ, ਭਾਵੇਂ 84 ਦੇ ਅੰਦਰ ਦੰਗੇ ਹੋਏ, ਉਹਨਾਂ ਲੋਕਾਂ ਨੂੰ ਮੁਕਤ ਕਰਨਾ, ਬਲੀ ਕਰਨਾ, ਇਹ ਵੀ ਗੱਲ ਐਸੀ ਨਿਰਾਸ਼ਤਾ ਦੀ ਹੈ ਸਿੱਖ ਕੌਮ ਵਾਸਤੇ, ਅਸੀਂ ਬੜੀ ਛੇਤੀ ਭੁਲੇਖੇ ਵਿੱਚ ਆ ਜਾਂਦੇ ਹਾਂ। ਤੇ ਪਿੱਛੇ ਜਿਹਾ ਇਹ ਵੀ ਜ਼ਿਕਰ ਹੋਇਆ ਬਈ ਬ੍ਰਾਹਮਣਾਂ ਦਾ ਕੋਈ ਦੋਸ਼ ਨਹੀਂ, ਮੈਨੂੰ ਕਿਸੇ ਜਾਤ ਨਾਲ ਕੋਈ ਵਿਤਕਰਾ ਨਹੀਂ, ਕੋਈ ਜਾਤ ਕਰਕੇ ਨਹੀਂ। ਪਰ ਜਿਸ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸਜ਼ਾ ਦਿੰਦੇ ਨੇ, ਧਿਆਨ ਦੇਣਾ, ਫਿਰ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਉੱਪਰ ਹੋ ਗਏ ਹਾਂ ਆਪਣੇ ਆਪ ਨੂੰ। ਜਿਹੜੇ ਲੋਕ ਬਰੀ ਕਰਦੇ ਨੇ ਉਹ ਸਮਝ ਲੈਣ ਵੀ ਅਸੀਂ ਉਹਨਾਂ ਤੋਂ ਉੱਪਰ ਹੋ ਗਏ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਆਪ ਸਜ਼ਾ ਦਿੰਦੇ ਨੇ। ਜਿਸ ਵਕਤ ਇਸ ਪਾਪੀ ਦਾ ਪਾਜ ਉਗੇੜਿਆ ਗਿਆ ਨੱਥ ਪਾ ਕੇ, ਇੱਥੋਂ ਤੱਕ ਕਿ ਕੜਛੇ ਨਾਲ ਇਸ ਨੂੰ ਵੀ, ਇਸ ਪਾਪੀ ਨੂੰ ਵੀ ਮਾਰਿਆ ਗਿਆ, ਪਰ ਅਸੀਂ ਮੁਕਤ ਕਰਨ ਨੂੰ ਤਿਆਰ ਹਾਂ। ਪਰ ਜਦੋਂ ਇਤਿਹਾਸ ਨੂੰ ਹੋਰ ਗਹਿ ਨਾਲ ਪੜ੍ਹੀਏ ਨਾ, ਹੋਰ ਧਿਆਨ ਨਾਲ ਪੜ੍ਹੀਏ, ਤੇ ਜਹਾਂਗੀਰ ਦੀ ਆਪਣੀ ਵੀ ਇੱਕ ਨੀਤੀ ਸੀ। ਤੁਝ ਕੇ ਜਹਾਂਗੀਰੀ ਅੰਦਰ ਉਹਨੇ ਇਸ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦਾ ਵੀ ਫਕੀਰ ਤੇ ਐਸੇ ਹੋਣੇ ਚਾਹੀਦੇ ਨੇ ਜਿਹੜੇ ਫਕੀਰ ਨੰਗੇ ਰਹਿਣ, ਭੁੱਖੇ ਰਹਿਣ, ਬਣਾ ਆਚ ਘੁੰਮਣ। ਹੁਣ ਜਿਹੜੇ ਫਕੀਰ ਜਿਹੜੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਇਸਲਾਮ ਵਾਲੇ ਵੀ ਝੁਕਦੇ ਨੇ, ਮੁਸਲਮਾਨ ਲੋਕ ਵੀ ਝੁਕਦੇ ਨੇ। ਇੱਥੋਂ ਤੱਕ ਸਾਈਂ ਮੀਆਂ ਮੀਰ ਜੀ ਜਿਸ ਵਕਤ ਲਾਹੌਰ ਦੇ ਅੰਦਰ ਜਹਾਂਗੀਰ ਗਿਆ ਸੀ ਨਾ, ਕੁਝ ਦੁਖੀ ਸੀ, ਤੇ ਜਿਸ ਵਕਤ ਸਾਈਂ ਮੀਆਂ ਮੀਰ ਕੋਲ ਗਿਆ ਉਹਨੇ ਦਰਵਾਜ਼ਾ ਨਹੀਂ ਖੋਲ੍ਹਿਆ, ਬੜੀਆਂ ਮਿੰਨਤਾਂ ਕੀਤੀਆਂ। ਆਖਰ ਜਿਸ ਵਕਤ ਦਰਵਾਜ਼ਾ ਖੋਲ੍ਹਿਆ ਤੇ ਇਹਨੂੰ ਇਹਦੀ ਗਲਤੀ ਕਾਰਨ ਝਿੜਕ ਦਿੱਤਾ। ਤੇ ਜਿਸ ਵਕਤ ਗੁਰੂ ਅਰਜਨ ਸਾਹਿਬ ਜੀ ਲਾਹੌਰ ਦੇ ਅੰਦਰ ਜਾਂਦੇ ਨੇ, ਜਿਸ ਸਾਈਂ ਮੀਆਂ ਮੀਰ ਦਾ ਐਡਾ ਮਾਣ ਸਨਮਾਨ ਇਸਲਾਮ ਦੇ ਅੰਦਰ ਹੈ, ਪੀਰ ਲੋਕ ਆਣ ਕੇ ਉਹਨਾਂ ਦੀ ਚਰਨਬੋਸੀ ਕਰਦੇ ਨੇ, ਉਹ ਜਿਸ ਵਕਤ ਗੁਰੂ ਅਰਜਨ ਸਾਹਿਬ ਜੀ ਲਾਹੌਰ ਦੇ ਅੰਦਰ ਜਾਂਦੇ ਨੇ, ਉਹੀ ਸਾਈਂ ਮੀਆਂ ਮੀਰ ਜੀ ਅੱਗੋਂ ਲੈਣ ਵਾਸਤੇ ਆਉਂਦੇ ਨੇ। ਜਹਾਂਗੀਰ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਉਹਨੂੰ ਤੇ ਚਾਹੀਦਾ ਹੈ ਵੀ ਐਸਾ ਫਕੀਰ ਹੋਵੇ ਜਿਹੜਾ ਨੰਗਾ ਭੁੱਖਾ ਰਹਿ ਕੇ ਲੋਕਾਂ ਦੇ ਨਾ ਕਿਸੇ ਉੱਤੇ ਕੋਈ ਪ੍ਰਭਾਵ ਪਾਵੇ, ਬਸ ਆਪਣਾ ਜੀਵਨ ਅਲੱਗ ਤਰੀਕੇ ਨਾਲ ਬਸਰ ਕਰੇ। ਤੇ ਜਿਸ ਚਰਨਾਂ ਵਿੱਚ ਆਣ ਕੇ ਇਸਲਾਮ ਵਾਲੇ ਝੁਕਦੇ ਨੇ, ਹਿੰਦੂ ਝੁਕਦੇ ਨੇ, ਜਾਂ ਪੀਰ ਫਕੀਰ ਝੁਕਦੇ ਨੇ, ਉਹ ਤੇ ਸਾਡੇ ਧਰਮ ਵਾਸਤੇ ਖਤਰਾ ਹੈ। ਉਹਨੂੰ ਆਪਣਾ ਫਿਕਰ ਸੀ ਆਪਣੀ ਬਾਦਸ਼ਾਹੀ ਦਾ। ਜੇ ਤਾਕਤ ਇੰਨੀ ਵੱਧਦੀ ਰਹੀ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਇਤਿਹਾਸ ਨੂੰ ਹੋਰ ਪੜ੍ਹ ਕੇ ਦੇਖੀਏ ਨਾ, ਸਤਿਗੁਰੂ ਨੇ ਸਿੱਖਾਂ ਨੂੰ ਇੰਨਾ ਸੁਚੇਤ ਕਰ ਦਿੱਤਾ ਸੀ, ਇੱਥੋਂ ਤੱਕ ਕਿ ਘੋੜੇ ਖਰੀਦਣ ਵਾਸਤੇ, ਉਹਨਾਂ ਨੂੰ ਵਪਾਰ ਕਰਨ ਵਾਸਤੇ ਆਦਿ ਜ਼ਾਹਰ ਅੰਮ੍ਰਿਤਸਰ ਦੀ ਪਾਵਨ ਧਰਤੀ ਉੱਤੇ ਅਲੱਗ-ਅਲੱਗ ਕਿਸਮਾਂ ਦੇ ਲੋਕਾਂ ਨੂੰ ਵਸਾਇਆ ਗਿਆ ਸੀ। ਜੋ ਇਤਿਹਾਸ ਨੂੰ ਆਪਾਂ ਹੋਰ ਪੜ੍ਹੀਏ, ਤੇ ਇਹ ਲੋਕ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵੱਧ ਰਹੀ ਤਾਕਤ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਖਤਰਾ ਪੈਦਾ ਹੋ ਜਾਏਗਾ। ਉਹ ਤੇ ਇੱਕ ਬਹਾਨਾ ਬਣਾਇਆ ਸੀ, ਖੁਸਰੋ ਦਾ ਤੇ ਕੇਵਲ ਬਹਾਨਾ ਬਣਾਇਆ ਸੀ। ਜਿਸ ਵਕਤ ਜਹਾਂਗੀਰ ਦੀ ਵਿਰੋਧਤਾ ਉਹਦੇ ਆਪਣੇ ਪੁੱਤਰ ਨੇ ਕੀਤੀ ਨਾ, ਖੁਸਰੋ ਨੇ, ਉਹ ਨੱਸ ਕੇ ਆਇਆ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਦੇ ਅੰਦਰ। ਇੱਕ ਬਹਾਨਾ ਬਣਾਇਆ, ਉਹਨੇ ਕਿਹਾ ਵੀ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਹੈ ਸਹਾਇਤਾ ਖੁਸਰੋ ਦੀ, ਪਰ ਇਤਿਹਾਸ ਨੂੰ ਪੜ੍ਹ ਕੇ ਦੇਖੀਏ, ਉਹਨੇ ਆਣ ਕੇ ਲੰਗਰ ਛਕਿਆ, ਪ੍ਰਸ਼ਾਦਾ ਪਾਣੀ ਜ਼ਰੂਰ ਛਕਿਆ, ਪਰ ਇਹ ਬਹਾਨਾ ਬਣਾਇਆ ਸੀ ਵੀ ਗੁਰੂ ਅਰਜਨ ਸਾਹਿਬ ਜੀ ਨੇ ਤਿਲਕ ਲਾਇਆ ਇਹਨੂੰ ਬਾਦਸ਼ਾਹੀ ਦਾ। ਭਾਵੇਂ ਆਇਆ ਹਿਮਾਯੂ, ਭਾਵੇਂ ਆਇਆ ਬਾਬਰ, ਤੇ ਭਾਵੇਂ ਆਇਆ ਅਕਬਰ, ਕਿਤੇ ਇਤਿਹਾਸ ਵਿੱਚ ਇਹ ਗਵਾਹੀ ਨਹੀਂ ਮਿਲੇਗੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਤਿਲਕ ਲਾਇਆ, ਕਿਤੇ ਗਵਾਹੀ ਨਹੀਂ ਮਿਲੇਗੀ ਹਿਮਾਯੂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਇਹ ਬਾਦਸ਼ਾਹੀ ਦਾ ਤਿਲਕ ਲਾਇਆ ਜਾਂ ਅਕਬਰ ਨੂੰ ਲਾਇਆ, ਕਿਤੇ ਵੀ ਨਹੀਂ ਸਾਨੂੰ ਪੜ੍ਹਨ ਨੂੰ ਮਿਲਣਾ। ਪਰ ਇੱਕ ਬਹਾਨਾ ਚਾਹੀਦਾ ਸੀ। ਉਹ ਆਪਣੀ ਤੁਝਕੇ ਜਹਾਂਗੀਰੀ ਦੇ ਅੰਦਰ ਇਸ ਗੱਲ ਦਾ ਜ਼ਿਕਰ ਕਰਦਾ ਹੈ। ਉਹ ਕਹਿੰਦਾ ਹੈ, ਇੱਕ ਅਰਜਨ ਨਾਮੀ ਡੰਬੀ, ਉਹ ਇਸ ਤਰੀਕੇ ਨਾਲ ਲਿਖਦਾ ਹੈ, ਜੋ ਕੂੜ ਦਾ ਪ੍ਰਸਾਰਾ ਕਰ ਰਿਹਾ ਹੈ। ਉਹ ਸੱਚ ਦੇ ਘਰ ਨੂੰ ਕੂੜ ਦਾ ਪ੍ਰਸਾਰਾ ਕਹਿੰਦਾ ਹੈ। ਉਹ ਕਹਿੰਦਾ ਜਿਹੜਾ ਕੂੜ ਦਾ ਪ੍ਰਸਾਰਾ ਕਰ ਰਿਹਾ ਹੈ, ਕੁਝ ਕੁ ਭੁਲੇਖੇ ਵਿੱਚ ਪਏ ਹੋਏ ਮੁਸਲਮਾਨ ਵੀਰ ਉਹਨਾਂ ਦੇ ਸ਼ਰਧਾਲੂ ਬਣ ਚੁੱਕੇ ਨੇ। ਹਿੰਦੂ ਮਤ ਦੇ ਉੱਤੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਕੋਈ ਪਹਿਲਾ ਬਹਾਨਾ ਨਹੀਂ ਮਿਲਿਆ, ਯਤਨ ਮੈਂ ਬੜੇ ਕੀਤੇ ਇਸ ਡੰਬੀ ਨੂੰ ਖਤਮ ਕਰਨ ਵਾਸਤੇ, ਪਰ ਇਹ ਝੂਠ ਦੀ ਦੁਕਾਨ ਬੰਦ ਹੀ ਨਾ ਹੋਈ। ਹੁਣ ਇਸ ਦੁਕਾਨ ਨੂੰ ਬੰਦ ਕਰਨ ਦਾ ਇੱਕ ਬਹਾਨਾ ਮਿਲ ਗਿਆ ਹੈ। ਉਹ ਹੈ ਮੇਰੇ ਪੁੱਤਰ ਖੁਸਰੋ ਦੀ ਇਹਨੇ ਕੀਤੀ ਹੈ ਸਹਾਇਤਾ। ਹੁਣ ਬਹਾਨਾ ਮਿਲ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ, ਤੇ ਹਕੂਮਤ ਵੱਲੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦਾ ਸਮਾਂ ਆ ਗਿਆ। ਇਹ ਘਰ ਕੁਝ ਐਸਾ ਘਰ ਹੈ ਪਿਆਰਿਓ, ਮੈਂ ਫਿਰ ਸੰਖੇਪ ਦੀ ਕਹਿ ਕੇ ਵਿਚਾਰ ਸਮਾਪਤੀ ਕਰ ਦੇਵਾਂਗਾ। ਸ਼ਾਮ ਦੇ ਦੀਵਾਨਾਂ ਦੇ ਅੰਦਰ ਆਪਾਂ ਸ਼ਹਾਦਤ ਵਾਲਾ ਦਿਨ ਮਨਾਵਾਂਗੇ।
ਹੁਣ ਕੇਵਲ ਉਹ ਕਾਰਨ ਜਿਹੜੇ ਕਾਰਨਾਂ ਨਾਲ ਸ਼ਹਾਦਤ ਹੋਈ ਉਹ ਆਪਾਂ ਕਾਰਨ ਵਿਚਾਰ ਰਹੇ ਹਾਂ। ਗੁਰੂ ਨਾਨਕ ਦਾ ਘਰ ਇੱਕ ਐਸਾ ਘਰ, ਸਤਿਗੁਰ ਪੁਰਖ ਆਗੰਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਸਾਜ ਕੀ ਸੱਚੀ ਧਰਮਸ਼ਾਲਾ, जैसा बीजै सो लुनै फल कर्म संभाला, ज्यों कर निर्मल आरसी जग देखण वाला, जेहा मूँह कर भालीए तेहा वखाला। भाई साहब भाई गुरदास जी, सतगुरु पुरख आगामे, उन्होंने किसी नाल वैर ही कोई नहीं। जेड़े वैर रखण वाले ने ना, जेकर वो भी आ जान शरण दे अंदर ते गुरु बख्श लैंदा जे। निराला है मेरा मालिक। पर जेड़ा कोई धरती विच जैसा बीज बोवे, कल नूं कवे भी मैं वो फल ना कट्टां। जे कंडे बीजे ने ते कंडे चुभने ही चुभने ने। मता कह दिए भी कंडे बीज के फरीदा लोड़ै दाख बिजौरियां, किकर बीजै जट हंडै पैंदा हंडै उन कताइंदा, पैंदा लोड़ै पत। मता कते कह देवे भी मैं किकर बीज के ते रेशम नूं प्राप्त करां, ये ते जो कुछ बीजना है वो ते कटना ही पैना है। सतगुरु उस धरती दे मुताबिक है, शरीर भी साडा उस धरती के मुताबिक है। पर जिहड़ी अगली गल उन्होंने की ना, वो बड़ी कमाल दी है। आरशी का अर्थ हुंदा है शीशा। असी ना शीशे के मूहरे खड़े होके ना, वो सामने खड़े होके जे काली पग बन्नी है ना, तो काली दिखानी उन्हें, जे चिट्टी बन्नी है उन्हें चिट्टी दिखानी है, होर रंग बन्निया उन्हें वही रंग दिखाना है। पर असी जाके शीशे नूं कहना शुरू कर दिए भी आरसी ओ शीशे। गुरु ग्रंथ साहब जी का जिस वक्त दर्पण लिखा ना, इसकी व्याख्या की तो दर्पण लिखा है प्रोफैसर साहब सिंह जी ने। श्री गुरु ग्रंथ साहब दर्पण, दर्पण का अर्थ होंदा है शीशा दिखाना अपने आप को, भी तू की है तो बाणी की कह रही है। बस सतगुरु बिल्कुल इन बिद इसे तरीके दे ने। भावें झूठे लोग बड़ा दावा करते हैं, कोई शीशे नूं कवे ना भी शीशा मेरे मूँह ते लगी है कालख, पर दिखाई ना, मैं तेनू फुल्लां दा हार पा देवांगा। जिन्ने मर्जी क्षमा कर देना रुमाले भेंट कर दो, जिन्नी देर तक गुरु वाले अंदरों नहीं ना बनते। मेरे गुरु नूं बहुतियां भेटावां दी, कीमती भेटावां दी लोड़ नहीं। गुरु ते जेकर कोई शरधा भावना नाल टका भी टेकदा है ना, गुरु की नज़र विच ओह परवाह नहीं। मता फुल चढ़ाण वाले कहण भी शीशे ने सच नहीं दसना, उन्हें तो शक्ल दिखानी, जे कालख लगी है तो कालख दिखा ही देनी है। तेरे मूँह ते कालख लगी है, जे साफ करके आएगा तो ही कालख हटनी है। तो तू दावा करे भी शीशा पत्थर मार के तोड़ देवांगा, जे कालख दिखाएगा पत्थर मार के तोड़ देवांगा। शीशे ने अपना सुभाव नहीं बदलना, उन्हें तो कालख भी दिखानी है, तो जे कालख हटा के आएगा तो सोहना दिसेगा। ये लोग वो लोग सन जिन्हों ने गुरु अर्जन साहब जी को शहीद करने वास्ते ये सारे एक मन घड़ंत गल्लां घड़ियां ते दावे ये किते भी जेकर गुरु ग्रंथ साहब जी दे अंदर हजरत मुहम्मद की सिफत दे बोल पाओगे तो तुहानूं माफ़ किया जाएगा। एक किस तरीके का इतिहास है, क्योंकि शाम के दीवान के अंदर भी आप इतिहास साझा करना है, किवें ये लड़ी अगे तुरेगी। सतगुरु गुरु अर्जन साहब महाराज जी सच के उत्ते किस तरीके नाल पहरा देंदे ने ते किहड़े पूरने पा के सानूं दिखाउंदे ने। आपां शाम दे दीवाना अंदर गुरु कृपा दा सदका जिस तरह गुरु मेहर करनगे आपां इतिहास साझा करांगे। हुण दे इतिहास की विचारा करदे हां। गुरु पिता दे अनजान बच्चे हां, बेअंत गलतियां हो जांदियां ने। मेरे सतगुरु जी आप कृपा करके बख्शण योग हैं। समुची गुरु रूप साध संगत बख्शण योग है। भुलां ना चतारनियां होइयां बेअंत भुलां लिखिवा बख्शिश करना। प्रेम सत्कार नाल बख्शो आशीष। आखो जी वाहिगुरु जी का खालसा वाहिगुरु जी की फतेह। राम